ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ, ਮੇਰੇ ਨਾਲ ਉੱਗੇ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਬੀਤੇ ਕੁਝ ਦਿਨਾਂ ਦੇ ਵਿੱਚ ਜੋ ਘਟਨਾਵਾਂ ਉੱਪਰੋਂ ਥੱਲੇ ਵਾਪਰ ਰਹੀਆਂ ਨੇ, ਦਰਬਾਰ ਸਾਹਿਬ 'ਚ ਬੇਅਦਬੀ ਹੋਣਾ, ਉਸ ਤੋਂ ਬਾਅਦ ਉਸ ਬੇਅਦਬੀ ਉੱਤੇ ਸਿਆਸਤ ਹੋਣਾ, ਤੇ ਸਿਆਸਤ ਵੀ ਇਸ ਕਦਰ ਜਿਹਦੇ ਵਿੱਚੋਂ ਕਿਤੇ ਨਾ ਕਿਤੇ ਸ਼ੱਕ ਜਾਪਦਾ ਹੈ ਕਿ ਕੀ ਲੋਕਾਂ ਦਾ ਧਿਆਨ ਵੰਡਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਗਿਆ। ਇਹਨੂੰ ਲਾਰਜਰ ਸਕੇਲ ਦੇ ਵਿੱਚ ਵੀ ਦੇਖਣ ਦੀ ਜ਼ਰੂਰਤ ਹੈ। ਜਦੋਂ ਅਸੀਂ ਦੇਸ਼ ਦੇ ਨਕਸ਼ੇ ਦੇ ਉੱਤੇ ਦੇਖਦੇ ਹਾਂ ਕਿ ਪਿਛਲੇ ਕੁਝ ਸਮੇਂ ਦੇ ਵਿੱਚ, ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹੀਆਂ, ਕਿੱਦਾਂ ਧਰੂਵੀਕਰਨ ਕੀਤਾ ਗਿਆ ਵੋਟਾਂ ਦਾ, ਲੋਕਾਂ ਦਾ ਮਾਈਂਡਸੈਟ ਕਿੱਦਾਂ ਕਰ ਦਿੱਤਾ ਜਾਂਦਾ, ਕਿੱਦਾਂ ਇੱਕੋ ਝੰਡੇ ਥੱਲੇ ਰਹਿਣ ਦੀ ਗੱਲ ਜਦੋਂ ਹੁੰਦੀ ਆ ਕਿ ਇੱਕ ਨਿਸ਼ਾਨ ਤੇ ਇੱਕੋ ਪਾਸੇ ਤੁਸੀਂ ਉਸ ਮਤਲਬ ਕਿ ਜਿਵੇਂ ਭਗਵਾਵਾਦ ਦੀ ਗੱਲ ਹੁੰਦੀ ਹੈ, ਸਿੱਧੇ ਤਰੀਕੇ ਨਾਲ ਕਹਿ ਲਈਏ ਕਿ ਉਸ ਪਾਸੇ ਵੱਲ ਨੂੰ ਲੋਕਾਂ ਨੂੰ ਤੋਰਨਾ, ਲੋਕਾਂ ਦੀ ਮਾਨਸਿਕਤਾ ਨੂੰ ਕਿੱਦਾਂ ਕੈਸ਼ ਕਰਨਾ, ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਪੰਜਾਬ ਦੀ ਸਿਆਸਤ ਨੂੰ ਇਸ ਨੈਸ਼ਨਲ ਪੋਲਿਟਿਕਸ ਦੇ ਵਿੱਚ ਕਿੱਦਾਂ ਲਿਆ ਕੇ ਫਿੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਪ੍ਰੋਫੈਸਰ ਸਾਹਿਬ। ਜਦੋਂ ਇਹ ਘਟਨਾ ਤੁਸੀਂ ਦੇਖੀ ਤਾਂ ਉਸ ਤੋਂ ਬਾਅਦ ਦੀਆਂ ਘਟਨਾਵਾਂ ਤੇ ਉਹਦੇ ਉੱਤੇ ਸਿਆਸਤ ਮਨ ਵਿੱਚ ਬਹੁਤ ਕੁਝ ਚੱਲਦਾ ਆ। ਮੈਂ ਚਾਹੁੰਦਾ ਕਿ ਅਸੀਂ ਉਹਨੂੰ ਥੋੜਾ ਖੋਲ ਕੇ, ਲੋਕਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ ਹੋਣਾ, ਲੋਕ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਸਿਆਸਤ ਕਿਸ ਹੱਦ ਤੱਕ ਗਿਰ ਸਕਦੀ ਹੈ। ਸੁਖਵਿੰਦਰ, ਸਭ ਤੋਂ ਪਹਿਲਾਂ ਤੇ ਮੇਰਾ ਜਿਹੜਾ ਰਿਐਕਸ਼ਨ ਜਿਵੇਂ ਤੁਸੀਂ ਕਿਹਾ ਆ, ਉਹ ਬਹੁਤ ਹੀ ਇੱਕ ਮਨ ਨੂੰ ਪਜੀਸ ਦੇਣ ਵਾਲਾ, ਬਹੁਤ ਹੀ ਦੁੱਖ ਕਰਨ ਵਾਲਾ। ਸਿੱਖੀ ਇੱਕ ਮਨਵਾਦੀ ਫਲਸਫਾ, ਉਹ ਜੀਵਨ ਦਿੰਦੀ ਹੈ, ਲੈਂਦਾ ਨਹੀਂ, ਲੈਂਦੀ ਨਹੀਂ ਕਿਸੇ ਦਾ। ਤੇ ਸਾਡੇ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਸਭ ਤੋਂ ਉੱਚਤਮ ਰਿਲੀਜੀਅਸ ਪਲੇਸ ਹੈਗੀ ਹੈ, ਜਿੱਥੋਂ ਅਸੀਂ ਸਾਰੀ ਗਾਈਡੈਂਸ ਲੈ ਕੇ ਚੱਲਦੇ ਹਾਂ, ਜਿਸ ਤਰ੍ਹਾਂ ਮੱਕਾ ਹੈ ਮੁਸਲਮਾਨਾਂ ਦਾ, ਰੋਮ ਹੈਗਾ ਕ੍ਰਿਸਚੀਅਨਸ ਦਾ, ਸਾਡਾ ਇਹ ਅੰਮ੍ਰਿਤਸਰ ਗੋਲਡਨ ਟੈਂਪਲ, ਸਾਡਾ ਮੱਕਾ ਵੀ ਹੈ, ਰੋਮ ਵੀ ਹੈ। ਇਸ ਸੈਂਸ ਦੇ ਵਿੱਚ ਮੈਂ ਗੱਲ ਕਹਿ ਰਿਹਾ। ਉੱਥੇ ਇਹੋ ਜਿਹੀ ਗੱਲ ਕਿਸੇ ਵੱਲੋਂ ਪਲਾਨ ਕਰਕੇ ਕਰਨਾ ਜਾਂ ਕਿਸੇ ਦੇ ਕ੍ਰੇਜ਼ੀ ਆਈਡੀਆ ਕਰਕੇ ਕਰਨਾ, ਉਹਦੇ ਪਿੱਛੇ ਰਾਜਨੀਤਿਕ ਲਾਹਾ ਲੈਣ ਲਈ ਕਰਨਾ, ਕੁਛ ਵੀ ਹੋਵੇ, ਇਹ ਅਤੀ ਉੱਥੇ ਜਾਣਾ ਬਹੁਤ ਦਰਦਨਾਕ ਹੈਗਾ। ਪਰ ਉਸ ਨੂੰ ਮਾਰ ਦੇਣਾ ਕਿਸੇ ਵੀ ਬੰਦੇ ਨੂੰ ਉਸ ਤਰ੍ਹਾਂ ਹੀ ਕੁੱਟ-ਕੁੱਟ ਕੇ, ਬਿਨਾਂ ਜਾਣਿਆ ਕਿ ਕਾਰਨ ਕੀ ਹੈਗੇ, ਉਹ ਵੀ ਦਰਦਨਾਕ ਹੈਗਾ। ਆਪਾਂ ਜਾਨ ਲੈਣੀ ਨਹੀਂ ਹੈ। ਉਹ ਬੰਦਾ ਤੇ ਸਧਾਰਨ ਹੋਊਗਾ, ਉਹਦੇ ਪਿੱਛੇ ਕਿਹੜੀਆਂ ਤਾਕਤਾਂ, ਕਿਉਂ ਹੋਇਆ, ਕਿੱਦਾਂ ਹੋਇਆ, ਕੀ ਉਹ ਮੈਂਟਲੀ ਇਲ ਸੀ, ਸਿੱਖ ਸੀ? ਜੇ ਮੈਂਟਲੀ ਸਿੱਖ ਸੀ, ਸਮਝ ਪੈਂਦਾ ਆ। ਜੇ ਕੋਈ ਡਰੱਗ ਆ, ਕਿਸੇ ਨੇ ਡਰੱਗ ਦੇ ਲਾਲਚ ਵਿੱਚ ਕਰਕੇ ਕੁਝ ਕਰ ਦਿੱਤਾ, ਸਮਝ ਪੈਂਦਾ ਆ। ਪਰ ਜੇ ਕੋਈ ਲਾਰਜਰ ਸਾਜ਼ਿਸ਼ ਆ, ਕਿਸੇ ਨੇ ਪੰਜਾਬ ਦੀ ਅਮਨ ਤੇ ਸ਼ਾਂਤੀ ਨੂੰ ਭੰਗ ਕਰਨ ਲਈ ਤੇ ਵੋਟਾਂ ਦਾ ਧਰੂਵੀਕਰਨ ਕਰਨ ਲਈ ਕਿਸੇ ਦਿੱਲੀ ਤੋਂ ਜਾਂ ਕਿਤੇ ਪੰਜਾਬ ਤੋਂ ਜਾਂ ਕਿਸੇ ਹੋਰ ਕੋਨੇ ਤੋਂ, ਵਿਦੇਸ਼ਾਂ ਤੋਂ ਕੋਈ ਸਾਜ਼ਿਸ਼ ਦੇ ਹਿੱਸਾ ਬਣਾ ਕੇ ਭੇਜਿਆ, ਤਾਂ ਉਹ ਵੀ ਪਤਾ ਲੱਗਣਾ ਚਾਹੀਦਾ। ਲੋਕਾਂ ਦਾ ਅਧਿਕਾਰ ਵੀ ਹੈ ਤਾਂ ਕਿ ਇਸ ਗੱਲ ਦਾ ਗਾਂ ਤੋਂ ਕੋਈ ਇਲਾਜ ਕੀਤਾ ਜਾ ਸਕੇ। ਪਰ ਜੋ ਹੋਇਆ, ਇੱਕਦਮ ਸਿੰਘੂ ਬਾਰਡਰ ਵਾਲੀ ਪਿਕਚਰ ਸਾਡੇ ਸਾਹਮਣੇ ਆ ਗਈ। ਉੱਥੇ ਦਿਖਾਇਆ ਗਿਆ, ਉਹ ਦੇਖੀ ਨਹੀਂ ਸੀ ਜਾ ਰਹੀ ਵੀਡੀਓ। ਕਈ ਸਾਡੇ ਸਿੱਖ ਜਿਹੜੇ ਬਲੀਵਰ ਹੈਗੇ ਆ ਜਾਂ ਸਿੱਖ ਫਿਲਾਸਫਰ ਹੈਗੇ, ਉਹਨਾਂ ਨੇ ਉਸ ਤੇ ਤਾਲੀ ਵਜਾਈ ਕਿ ਦੇਖਿਆ ਸਿੱਖਾਂ ਵਿੱਚ ਕਿਸ ਤਰ੍ਹਾਂ ਤੁਰੰਤ ਇਨਸਾਫ ਕੀਤਾ ਜਾਂਦਾ ਨਾ। ਘੱਟੋ ਘੱਟ ਮੈਂ ਬਿਲਕੁਲ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ। ਫਿਰ ਆਪਾਂ ਜਿਹੜੇ ਹੋਰ ਕੋਈ ਵੀ ਸਮੁਦਾਇ ਹੈ, ਇਸ ਵਕਤ ਨਾਂ ਲੈਣ ਦੀ ਲੋੜ ਨਹੀਂ, ਜਦੋਂ ਕੰਗਾਰੂ ਕੋਰਟ, ਕੰਗਾਰੂ ਜਸਟਿਸ, ਮਤਲਬ ਕੰਗਾਰੂ ਦਾ ਹੁੰਦਾ ਕਿ ਮੌਬ ਫੈਸਲਾ ਕਰਦੀ ਹੈ ਜਾਂ ਧਰਮ ਦੇ ਕੁਛ ਲੰਬੜਦਾਰ ਫੈਸਲਾ ਕਰਦੇ ਆ ਕਿ ਇਹ ਜੀ ਗਲਤ ਹੈ, ਇਹਨੂੰ ਹੁਣੇ ਕਰਕੇ ਮਾਰੋ, ਕੋੜੇ ਮਾਰ ਦਿਓ, ਗੋਲੀ ਮਾਰੋ, ਪੱਥਰ ਮਾਰੋ, ਇਹ ਕਰੋ, ਲਿੰਚਿੰਗ ਜਿਹਨੂੰ ਕਹਿੰਦੇ, ਪਬਲਿਕ ਫੁੱਲ ਵਿਊ ਦੇ ਵਿੱਚ ਅਸੀਂ ਲੋਕਾਂ ਦੇ ਵਿੱਚ ਕੋਈ ਚੰਗਾ ਇਮੇਜ ਨਹੀਂ ਛੱਡਦੇ। ਇਹ ਕੋਈ ਇਨਸਾਫ ਦਾ ਤਰੀਕਾ ਨਹੀਂ ਹੈ, ਨਾ ਕਿਤੇ ਸਿੱਖੀ 'ਚ ਮੈਨੂੰ ਲੱਗਦਾ ਇਸ ਤਰ੍ਹਾਂ ਲਿਖਿਆ ਹੋਇਆ। ਉਹਦਾ ਵੀ ਜਿਹੜਾ ਸਿੰਘੂ ਬਾਰਡਰ ਤੇ ਹੋਇਆ ਸੀ, ਅੱਜ ਤੱਕ ਕੋਈ ਆਪਾਂ ਇਹ ਸਬੂਤ ਨਹੀਂ ਦੇ ਸਕੇ ਕਿ ਉਸਨੇ ਕੀ ਸੈਕਰੀਲੇਜ ਕੀਤੀ, ਸਿੱਖ ਗ੍ਰੰਥ ਸਾਹਿਬ ਨੂੰ ਜਾਂ ਕਿਸੇ ਵੀ ਹੋਰ ਚੀਜ਼ ਨੂੰ ਕੀ ਨੁਕਸਾਨ ਪਹੁੰਚਾਇਆ ਸੀ, ਉਹਦਾ ਪ੍ਰੂਫ ਆਪਾਂ ਦੇ ਨਹੀਂ ਸਕੇ। ਹੋ ਸਕਦਾ ਜਿਨ੍ਹਾਂ ਸਿੱਖ ਸਾਡੇ ਉੱਥੇ ਸੱਜਣਾ ਨੇ, ਉਹਨਾਂ ਨੇ ਜੋ ਕੁਝ ਵੀ ਉੱਥੇ ਕੀਤਾ, ਵੱਢਿਆ ਟੁੱਕਿਆ ਔਰ ਉਹਦੇ 'ਚ ਮਾਣ ਮਹਿਸੂਸ ਕੀਤਾ, ਉਹਨੂੰ ਪਬਲਿਕਲੀ ਕਲੇਮ ਕੀਤਾ, ਫਿਰ ਜੇਲ੍ਹ 'ਚ ਵੀ ਗਏ। ਇੱਕ ਪਾਸੇ ਤੋਂ ਬੜਾ
ਪ੍ਰਾਈਡ ਵਾਲੀ ਗੱਲ ਲੱਗਦੀ ਆ ਕਿ ਡਰਦੇ ਨਹੀਂ ਹੈ, ਬਹਾਦਰ ਆ, ਜੋ ਵੀ ਕਰਦੇ ਆ ਔਰ ਉਸ ਨੂੰ ਓਨ ਕਰਦੇ ਆ ਊਧਮ ਸਿੰਘ ਵਾਂਗੂ, ਹੈ ਨਾ, ਜਿਸ ਤਰ੍ਹਾਂ ਅਡਵਾਇਰ ਨੂੰ ਮਾਰ ਕੇ ਭੱਜੇ ਨਹੀਂ ਉਹ। ਪਰ ਦੂਜੇ ਪਾਸੇ ਲੱਗਦੇ ਕਿ ਕੀ ਸਾਡੇ ਕੋਲ ਗਲਤੀ ਤਾਂ ਨਹੀਂ ਹੋ ਗਈ, ਕੋਈ ਬੇਇਨਸਾਫੀ ਤਾਂ ਨਹੀਂ ਹੋ ਗਈ, ਉਹ ਬੰਦੇ ਦਾ ਵਾਕਿਆ ਹੀ ਇੰਨੀ ਵੱਡੀ ਸਜ਼ਾ ਉਹਨੂੰ ਦੇਣੀ ਬਣਦੀ ਸੀਗੀ, ਜਾਂ ਉਹ ਸਾਡਾ ਕਿਤੇ ਗਲਤੀ ਦੇ ਵਿੱਚ, ਸ਼ੱਕ ਦੇ ਵਿੱਚ ਮਾਰਿਆ ਗਿਆ। ਇਹ ਗੱਲਾਂ ਮਨ ਵਿੱਚ, ਜ਼ਿਹਨ ਦੇ ਵਿੱਚ ਸਾਡੇ ਹਮੇਸ਼ਾ ਅਸਰ ਕਰਦੀਆਂ ਰਹਿੰਦੀਆਂ। ਉਹ ਅਸਰ ਸਾਡੇ ਤੋਂ ਪੂਰਾ ਮਿਟਿਆ ਨਹੀਂ ਸੀ, ਜਿਹਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਜਿੰਨਾ ਫੁੱਲ ਵਿਊ ਚ ਦੇਖਿਆ। ਸਾਨੂੰ ਡਰ ਇਹ ਸੀ ਕਿ ਸਿੱਖਾਂ ਦਾ ਖਾਲਸਾ ਏਡ ਜਾਂ ਹੋਰਨਾਂ ਨੇ, ਸਾਰਿਆਂ ਨੇ, ਜਾਂ ਖੁਦ ਕਿਸਾਨਾਂ ਨੇ ਲੰਗਰ ਲਾ ਲਾ ਕੇ ਐਡੀ ਰੁਤਬਾ ਸਾਰੀ ਦੁਨੀਆ ਚ ਉੱਚਾ ਕੀਤਾ ਕਿ ਇਹ ਤੇ ਅਲੱਗ ਹੀ ਕਿਸਮ ਦੇ ਲੋਕ ਆ। ਇਹ ਤੇ ਜਿਵੇਂ ਇਸ ਧਰਤੀ ਦੇ ਜਾਏ ਹੀ ਨਾ ਹੋਣ, ਕਿਤੇ ਅਲੱਗ ਦੁਨੀਆ ਤੋਂ ਆਏ ਹੋਣ, ਜਿਹੜੇ ਇਸ ਦਿਨਾਂ, ਇਸ ਹਾਲਾਤਾਂ ਦੇ ਵਿੱਚ ਵੀ ਹਰ ਚੀਜ਼ ਪਿਆਰ, ਸਦਭਾਵਨਾ, ਏਕੇ ਤੇ ਆਪਣੇ ਪਿਆਰ ਦੇ ਨਾਲ ਸਾਰਾ ਕੁਝ ਉੱਥੇ ਲੰਗਰ ਦੇ ਰੂਪ ਦੇ ਵਿੱਚ ਕਰਦੇ ਆ, ਸੇਵਾ ਦੇ ਰੂਪ ਚ ਕਰਦੇ ਆ। ਔਰ ਉਹਦਾ ਅਕਾਲ ਤਖਤ ਦਾ ਜਾਂ ਪਰਮਾਤਮਾ ਦਾ, ਰੱਬ ਦਾ, ਅੱਲਾ ਦਾ ਪੂਰਾ ਉਹਦੇ ਤੇ ਉਹਦਾ ਧੰਨਵਾਦ ਕਰਦੇ ਆ ਕਿ ਸਾਨੂੰ ਉਸਨੇ ਇਹ ਸ਼ਕਤੀ ਦਿੱਤੀ ਚੰਗੇ ਕੰਮ ਕਰਨ ਦੀ। ਇੱਕ ਅਲੱਗ ਦੁਨੀਆ ਸੀ ਉੱਥੇ ਵਿੱਚ। ਸਾਨੂੰ ਉਹਦਾ ਵੀ ਡਰ ਸੀ ਕਿ ਆ ਜਿਹੜਾ ਦੇਖੂਗਾ ਕਿ ਵੀ ਆ ਵੀ ਕਰਦੇ ਆ, ਇੰਨੇ ਖੂੰਖਾਰੀ ਵੀ ਹੈਗੇ ਆ, ਇੰਨੇ ਇਹ ਇੱਕਦਮ ਕੰਗਾਰੂ ਕੋਟ ਵਾਲਾ ਕੰਮ ਵੀ ਕਰਦੇ ਆ, ਸਾਨੂੰ ਉਹ ਵੀ ਖਤਰਾ ਸੀ। ਤੇ ਹੁਣ ਵੀ ਜਿਹੜਾ ਇਹ ਹੋਇਆ, ਉਹ ਕੌਣ ਸੀ, ਕਿਉਂ ਹੋਇਆ, ਕੀ ਏਡਾ ਵੱਡਾ ਉਹਨੂੰ ਸਜ਼ਾ ਤੁਰੰਤ ਮਿਲਣੀ ਚਾਹੀਦੀ ਸੀ? ਇਹਦੇ ਤੇ ਆਰਗੂਮੈਂਟ ਹੈਗੇ। ਸੁਖਵਿੰਦਰ, ਇੱਕ ਆਰਗੂਮੈਂਟ ਇਹ ਹੈ ਕਿ ਜਿਨ੍ਹਾਂ ਨੇ ਮਾਰਿਆ ਉਹ ਕਹਿੰਦੇ ਅਸੀਂ ਪਹਿਲਾਂ ਵੀ ਫੜ ਕੇ ਫੜਾਉਂਦੇ ਰਹੇ, ਸਾਨੂੰ ਅਜੇ ਤੱਕ ਬਰਗਾੜੀ ਦਾ ਕੋਈ ਇਨਸਾਫ ਨਹੀਂ ਮਿਲਿਆ। ਸ਼ਰੇਆਮ 2 ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਉਹ ਇਹ ਅੱਜ ਤੱਕ ਨਹੀਂ ਕਿਹਾ ਗਿਆ ਕਿ ਪੁਲਿਸ ਵਾਲੇ ਕੌਣ ਸੀ, ਵੀ ਕਿੱਥੋਂ ਗੋਲੀ ਉੱਪਰ ਪਤਾ ਚੱਲ ਗਿਆ, ਗੋਲੀਆਂ ਚੱਲੀਆਂ, ਬੁਲੇਟਸ ਮਿਲ ਗਈਆਂ, ਪ੍ਰੂਫ ਮਿਲ ਗਿਆ ਸਾਰਾ, ਤੁਰੇ ਫਿਰਦੇ ਕਾਗਜ਼, ਤੁਰੀਆਂ ਫਿਰਦੀਆਂ ਕੋਰਟਾਂ। ਉਹ ਕਹਿੰਦੇ ਕਿ ਜੇ ਇਸੇ ਤਰ੍ਹਾਂ ਹੀ ਕਰਨਾ, 84 ਚ ਵੀ ਨਹੀਂ ਸਾਨੂੰ ਇਨਸਾਫ ਮਿਲਿਆ, ਬਰਗਾੜੀ ਵਾਲੇ ਕੇਸ ਚ ਵੀ ਨਹੀਂ ਮਿਲਿਆ, ਫਿਰ ਅਸੀਂ ਇਨਸਾਫ ਖੁਦ ਕਰਾਂਗੇ। ਬਿਲਕੁਲ, ਭਾਵੇਂ ਉਹ ਸ਼ੱਕ ਦੇ ਆਧਾਰ ਤੇ ਹੋਵੇ ਤੇ ਭਾਵੇਂ ਸ਼ਰੇਆਮ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਉਹ ਮੁੰਡੇ ਨੇ ਛਾਲ ਮਾਰ ਕੇ ਕੀਤਾ ਉਹ ਹੋਵੇ। ਹੁਣ ਦੋਵੇਂ ਧਿਰਾਂ ਆਪੋ ਆਪਣੀ ਜਗ੍ਹਾ ਕੇਸ ਬਣਾਉਣ ਵਾਲੀਆਂ, ਪੁਲਿਸ ਤੇ ਸਰਕਾਰ, ਐਡਮਿਨਿਸਟ੍ਰੇਸ਼ਨ। ਦੂਜੇ ਪਾਸੇ ਜਿਹੜੇ ਸਿੱਖ ਉਸ ਕਿਸਮ ਦੇ ਧਾਰਨਾ ਵਾਲੇ ਜਾਂ ਬਲੀਵਰਸ ਹੈਗੇ ਆ, ਸਟੌਂਚ ਬਲੀਵਰ ਹੈਗੇ ਆ, ਜਿਹੜੇ ਸ਼ਰਧਾਲੂ ਕਹੋ ਉਹਨਾਂ ਨੂੰ, ਜਿਹੜੇ ਸਿੱਖ ਦੇ ਵਿੱਚ ਟੋਟਲ ਆਪਣੇ ਆਪ ਨੂੰ ਨਿਸ਼ਾਵਰ ਕਰਨ ਲਈ ਉਸ ਫਲਸਫੇ ਦੇ ਸਿਪਾਹੀ ਕਹੋ, ਉਹ ਸਾਰੇ ਸੁਖਵਿੰਦਰ, ਉਹਨਾਂ ਨੂੰ ਇਹ ਲੱਗਦਾ ਕਿ ਜੇ ਇਹਨਾਂ ਨੂੰ ਫੜਾਤਾ, ਕਰਪਟ ਪੁਲਿਸ ਹੈਗੀ ਆ, ਉਸ ਤਰ੍ਹਾਂ ਦੇ ਗਾਂ ਸਾਡੇ ਪੋਲੀਟੀਸ਼ੀਅਨ ਹੈਗੇ ਆ, ਸਾਨੂੰ ਇਨਸਾਫ ਨਹੀਂ ਮਿਲੂਗਾ ਤੇ ਹੋ ਸਕਦਾ ਇਹ ਗੱਲਾਂ ਇਸ ਤਰ੍ਹਾਂ ਵੱਧਦੀਆਂ ਜਾਣ, ਅਸੀਂ ਰੋਕਣ ਲਈ, ਲੋਕਾਂ 'ਚ ਦਹਿਸ਼ਤ ਪੈਦਾ ਕਰਨ ਲਈ ਆਹ ਕੰਮ ਕਰਾਂਗੇ। ਹੁਣ ਇਹ ਬੜਾ ਇੱਕ ਕਰੂਸ਼ੀਅਲ ਸਵਾਲ ਹੈ, ਬਿਲਕੁਲ, ਕਿ ਕੀ ਇਨਸਾਫ ਆਉਣ ਵਾਲੇ ਸਮੇਂ 'ਚ ਇੰਜ ਹੀ ਹੋਣਗੇ? ਜੇ ਇੰਜ ਹੋਣਗੇ ਜਿਸ ਤਰ੍ਹਾਂ ਆਪਾਂ ਚੱਲ ਪਏ ਹਾਂ ਜਿਸ ਰਸਤੇ, ਮੈਂ ਨਿਜ਼ਾਮਪੁਰ ਵਾਲੇ ਦੀ ਵੀ ਗੱਲ ਕਰ ਰਿਹਾ, ਕਪੂਰਥਲੇ ਵਾਲੇ ਦੀ ਵੀ ਗੱਲ ਕਰ ਰਿਹਾ, ਉੱਥੇ ਦੀ ਘਟਨਾ ਸਾਫ਼ ਆ। ਹੁਣ ਅੰਮ੍ਰਿਤਸਰ ਵਾਲਾ ਗੋਲਡਨ ਟੈਂਪਲ ਵਾਲਾ ਤੇ ਦੇਖਦਾ ਆ, ਫੁੱਲ ਵਿਊ ਦੇ ਵਿੱਚ ਹੈ, ਉਸ ਦਾ ਲੋਕਾਂ ਨੇ ਬਰਦਾਸ਼ਤ ਕਰ ਲਿਆ ਕਿ ਹਾਂ ਇਹ ਹੋਇਆ ਔਰ ਬਹੁਤ ਭਾਰੀ ਗਲਤੀ ਹੋਈ, ਇਸ ਕਰਕੇ ਲੋਕਾਂ ਨੇ ਉਹ ਫੁੱਲ ਵਿਊ ਚ ਨਹੀਂ ਉਹਦਾ ਕੁਝ ਵੀ ਹੋਇਆ ਕਿ ਉਹਨੂੰ ਖਤਮ ਕਰਤਾ, ਇਸ ਤਰ੍ਹਾਂ ਦਾ ਦੇਖੀ। ਪਰ ਆ ਨਿਜ਼ਾਮਪੁਰ ਵਾਲਾ, ਜਿੱਥੇ ਉਹ ਲੜਕਾ ਗਿਆ ਅੰਦਰ, ਕਿਹਾ ਕਿ ਉਹਨੇ ਜੈਕਟ ਉੱਥੇ ਜਿਹੜੇ ਸਿੱਖ ਸਟੂਡੈਂਟਸ ਉਹੋ ਜਿਹੀ ਪਾਈ ਸੀ, ਉਹੋ ਜਿਹੇ ਕੱਪੜੇ ਪਾਏ ਸੀ, 4 ਵਜੇ ਜਾਂ 5 ਵਜੇ ਸਵੇਰ ਉਹ ਐਂਟਰੀ ਮਾਰੀ। ਐਲੀਗੇਸ਼ਨ ਇਹ ਹੈ ਕਿ ਉਹ ਨਿਸ਼ਾਨ ਸਾਹਿਬ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਸੀ। ਨੁਕਸਾਨ ਪਹੁੰਚਾਇਆ ਜਾਂ ਨਹੀਂ ਪਹੁੰਚਾਇਆ, ਜਾਂ ਕੀ ਕੀਤਾ, ਕਿਉਂ ਪਹੁੰਚਾਉਣਾ ਚਾਹੁੰਦਾ ਸੀ ਉਹਨੂੰ, ਨਿਸ਼ਾਨ ਸਾਹਿਬ ਨੂੰ ਕਿਹਨੇ ਭੇਜਿਆ ਸੀ, ਕੀ ਹੋਇਆ, ਕਿੱਦਾਂ? ਮਾੜੀ ਜੀ ਗੱਲ ਆਈ ਆ ਕਿ ਸ਼ਾਇਦ ਦਿੱਲੀੋਂ ਕਿਸੇ ਨੇ ਭੇਜਿਆ, ਕੋਈ ਇਹੋ ਜਿਹੀ ਗੱਲ ਆਈ ਹੈ, ਉਦੋਂ ਇਲਾਵਾ ਕੁਝ ਨਹੀਂ ਆਇਆ। ਦੋਵੇਂ ਧਿਰਾਂ ਨੇ ਆਪੋ ਆਪਣਾ, ਪੁਲਿਸ ਨੇ ਉੱਥੇ ਪੁਲਿਸ ਪਹੁੰਚ ਗਈ, ਜਿਉਂ ਹੀ ਖਬਰ ਵੀਡੀਓ ਰਿਲੀਜ਼ ਹੋਈ ਤੇ ਉਹ ਵੀ ਉਧਰੋਂ ਬੰਦੇ, ਉਹਨਾਂ ਨੇ ਵੀਡੀਓ ਬਣਾ ਕੇ ਉਸ ਬੰਦੇ ਦੀ, ਬੰਦਿਆਂ ਨੂੰ ਬੁਲਾ ਲਿਆ ਖਾਲਸਾ, ਕਿਉਂਕਿ 6 ਸੈਂਟੀਮੀਟਰ ਤੇ ਹੈਗੇ ਹੀ ਆ। ਬਿਲਕੁਲ। ਹੁਣ ਸਵਾਲ ਇਹ ਹੈ ਕਿ ਜਦੋਂ ਪੁਲਿਸ ਉੱਥੇ ਪਹੁੰਚੀ, ਪੁਲਿਸ ਕਿਉਂ ਨਹੀਂ ਉਸ ਦੀ ਜਾਨ ਬਚਾ ਸਕੀ? ਇਸ ਕਰਕੇ ਨਹੀਂ ਕਿ ਉਹ ਕ੍ਰਿਮੀਨਲ ਨਹੀਂ ਹੈ, ਇਸ ਕਰਕੇ ਨਹੀਂ ਕਿ ਉਹਨੂੰ ਬਚਾਉਣਾ ਚਾਹੀਦਾ, ਇਸ ਕਰਕੇ ਕਿ ਉਸ ਦੇ ਸਾਹਮਣੇ ਹੀ ਆਪਣੇ ਬੈਠ ਕੇ ਥੋੜੀ ਬਹੁਤ ਇੰਟਰੋਗੇਸ਼ਨ ਕਰਵਾ ਲੈਂਦੇ,
ਰਿਕਾਰਡ ਕਰਦੇ ਸਾਰਿਆਂ ਦੇ, ਘੰਟਾ 2 ਘੰਟੇ ਬੈਠ ਕੇ ਪੁਲਿਸ ਨੂੰ ਫੜਾਉਂਦੇ। ਪੁਲਿਸ ਉਹਨਾਂ ਨੂੰ ਕਹਿੰਦੇ ਵੀ ਅਸੀਂ ਤੁਹਾਨੂੰ ਲੈ ਜਾਣ ਨਹੀਂ ਦੇਣਾ, ਇਹਨੂੰ ਸਾਡੇ ਸਾਹਮਣੇ ਪੁੱਛੋ ਵੀ ਕੌਣ ਆਇਆ, ਕਿੱਦਾਂ। ਸਾਡਾ ਵੀ ਤੇ ਧਰਮ ਓਨਾ ਹੀ ਹੈ, ਸਾਨੂੰ ਵੀ ਤੇ ਉਸ ਧਰਮ ਦੀ ਓਨੀ ਚਿੰਤਾ ਆ, ਤੁਹਾਨੂੰ ਵੀ ਤੇ ਓਨੀ ਚਿੰਤਾ ਆ, ਹਰ ਸਿੱਖ ਨੂੰ ਓਨੀ ਚਿੰਤਾ, ਹਰ ਇਨਸਾਨ ਨੂੰ ਓਨੀ ਚਿੰਤਾ, ਬਿਲਕੁਲ ਸਾਰੇ ਪੰਜਾਬੀਆਂ ਨੂੰ ਓਨੀ ਚਿੰਤਾ। ਹਰ ਕੋਈ ਸ਼ਾਂਤੀ ਚਾਹੁੰਦਾ, ਹਰ ਕੋਈ ਕਾਨੂੰਨ ਦਾ ਰਾਜ ਚਾਹੁੰਦਾ। ਤੇ ਜੇ ਇਹੋ ਜਿਹੀਆਂ ਘਟਨਾਵਾਂ ਰੋਜ਼ ਵਾਪਰਨ ਲੱਗੀਆਂ ਤੇ ਇਨਸਾਫ ਫਿਰ ਗਲੀ ਮਹੱਲਿਆਂ 'ਚ ਡਾਂਗਾਂ, ਕਿਰਪਾਨਾਂ ਤੇ ਗੋਲੀਆਂ ਤੇ ਬੰਬਾਂ ਨਾਲ ਹੋਊਗਾ। ਬਿਲਕੁਲ 47 ਬਹੁਤ ਦੂਰ ਪਿੱਛੇ ਥੋੜੀ ਹੈ, ਜਦੋਂ 10 ਲੱਖ ਜਾਨਾਂ ਅਸੀਂ ਗਵਾ ਲਈਆਂ। ਮੇਰੀ ਚਿੰਤਾ ਇਹ ਹੈ ਕਿ ਦੇਸ਼ ਦੇ ਅੰਦਰ ਪਹਿਲਾਂ ਹੀ ਜਿਸ ਕਿਸਮ ਦਾ ਸੁਖਵਿੰਦਰ ਜੀ ਮਾਹੌਲ ਬਣਿਆ, ਕਦੇ ਉਹ ਗਊ ਪ੍ਰੋਟੈਕਸ਼ਨ, ਗਾਂ ਦੇ ਰੱਖਿਅਕ, ਗਊ ਰੱਖਿਅਕ ਜਿਹੜੇ ਆ, ਕਿਸੇ ਨੇ ਸਰਵੇ ਕੀਤਾ ਕਿ 2010 ਤੋਂ ਲੈ ਕੇ 2017 ਤੱਕ 63 ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਹੜੀ ਗਊ ਰਕਸ਼ਕਾਂ ਵੱਲੋਂ ਹੋਈਆਂ। 28 ਬੰਦੇ ਮਾਰੇ ਗਏ, ਜਿਨ੍ਹਾਂ 'ਚ 24 ਮੁਸਲਮਾਨ ਸੀ, 4 ਜਿਹੜੇ ਸੀ ਹਿੰਦੂ ਸੀਗੇ ਜਾਂ ਨੌਨ ਮੁਸਲਿਮ ਸੀਗੇ। ਇਹ ਕਿਹਦੇ ਕੌਣ ਟਾਰਗੇਟ ਤੇ ਹੈ ਬਈ? ਕਿਉਂ ਇਹ ਵੱਧ ਰਿਹਾ? ਯੂਪੀ ਦੇ ਅੰਦਰ ਗਊ ਪ੍ਰੋਟੈਕਸ਼ਨ ਐਕਟ ਬਣਾ ਲਿਆ, ਫਿਰ ਇਸ ਤਰ੍ਹਾਂ ਹੋਰ ਵੀ ਮੇਰਾ ਖਿਆਲ ਕਰਨਾਟਕਾ ਜਾਂ ਹੋਰ ਕਈ ਸੂਬਿਆਂ 'ਚ, ਮਹਾਰਾਸ਼ਟਰ 'ਚ, ਕਈਆਂ ਸੂਬਿਆਂ 'ਚ ਸਾਡੇ ਸੰਵਿਧਾਨ 'ਚ ਪਹਿਲਾਂ ਹੀ ਗਊ ਨੂੰ ਪ੍ਰੋਟੈਕਟਡ ਐਨੀਮਲ ਮੰਨਿਆ ਹੋਇਆ। ਹੁਣ ਸਵਾਲ ਇਹ ਹੈ ਕਿ ਗਊ ਤੇ ਹੀ ਗੱਲ ਕਰ ਲਓ ਤੁਸੀਂ, ਜਿੱਥੋਂ ਇਹ ਸਾਰੀਆਂ ਗੱਲਾਂ ਚੱਲਦੀਆਂ ਹੈ। ਕੀ ਜਿਹੜਾ ਜੱਟ ਜ਼ਿਮੀਂਦਾਰ ਗਾਂ ਤੇ ਇਹ ਬੌਲਦਾਂ ਦੀ ਮਾਂ ਹੀ ਆ, ਬੌਲਦ ਕਿਤੇ ਸਿੱਧੇ ਤੇ ਉੱਪਰੋਂ ਆਉਂਦੇ ਨਹੀਂ ਹੈ ਰੱਬ ਤੋਂ। ਕੀ ਉਹਨਾਂ ਦੀ ਮਾਂ ਜਿਹੜੇ ਜਿਨ੍ਹਾਂ ਬੌਲਦਾਂ ਨੂੰ ਉਹ ਵਰਤਦੇ ਰਹੇ ਅੱਜ ਤੱਕ ਕਰਦੇ ਆ, ਉਹਨਾਂ ਦੀ ਇੱਜ਼ਤ ਨਹੀਂ ਕਰਦੇ ਹੋਣਗੇ? ਦੁੱਧ ਵੀ ਪੀਂਦੇ ਆ। ਇਹ ਤੇ ਸਾਡੇ ਆਦੀਵਾਸੀ ਵੀ, ਉਹਨਾਂ ਦੀ ਜਾਇਦਾਦ ਦਾ ਬਹੁਤ ਵੱਡਾ ਹਿੱਸਾ ਗਾਵਾਂ ਹੈਗੀਆਂ। ਤੁਸੀਂ ਚਲੇ ਜਾਓ ਸਾਰੇ ਮੱਧ ਪ੍ਰਦੇਸ਼ ਤੋਂ ਲੈ ਕੇ ਨਾਰਥ ਜਿਹੜਾ ਨੇਪਾਲ ਦੇ ਬਾਰਡਰ ਤੇ, ਮੈਂ ਖੁਦ ਉਹਨਾਂ ਆਦੀਵਾਸੀਆਂ 'ਚ 1 ਸਾਲ ਰਿਹਾ। 500 400 ਗਾਵਾਂ ਉਹਨਾਂ ਦੀਆਂ ਹੈਗੀਆਂ। ਉਹ ਗਾਵਾਂ ਉਹਨਾਂ ਦਾ ਇੱਕ ਕਿਸਮ ਦਾ ਧਨ ਦੌਲਤ ਹੈਗੀ ਆ। ਇਸ ਉਦੋਂ ਤੋਂ ਲੈ ਕੇ ਜਿਹੜੇ ਜੰਗਲਾਂ 'ਚ ਲੋਕ ਰਹਿ ਰਹੇ ਅੱਜ ਤੱਕ, ਜਿੱਥੇ ਜਿੱਥੇ ਲੋੜ ਆ ਅਸੀਂ ਰੱਖਦੇ ਰਹੇ ਆ। ਫਿਰ ਇਸ ਪਾਸੇ ਜੇ ਗਾਂ, ਮੈਂ ਇਹ ਕਹਿਣਾ ਕਿ ਧਰਮ ਦਾ ਮਾਮਲਾ ਹੈ। ਗਾਂ 2 ਚੀਜ਼ਾਂ ਆ, ਇੱਕ ਗਾਂ ਤੁਹਾਡੀ ਧਨ ਦੌਲਤ ਆ, ਜਿਹੜਾ ਸੈਕੂਲਰ ਕ੍ਰੈਡੈਂਸ਼ੀਅਲ ਹੈ, ਉਹਨੂੰ ਪ੍ਰੋਟੈਕਟ ਕਰਨਾ ਸਾਡਾ ਫਰਜ਼ ਆ। ਸਾਡੇ ਤੇ ਪੁੱਤਾਂ ਧੀਆਂ ਵਾਂਗੂ ਜਾਨਵਰ ਹੁੰਦੇ ਆ। ਬਿਲਕੁਲ ਕਿਸਾਨ ਜਿਹੜੇ ਜਾਨਵਰ ਰੱਖਦਾ ਸੀਗਾ, ਉਹ ਮੁਰਗੀਆਂ, ਬੱਕਰੇ, ਜੋ ਵੀ ਭੇਡ, ਬੱਕਰੀਆਂ, ਕਿਸੇ ਨੂੰ ਵੀ ਰੱਖਦਾ, ਉਹ ਜਾਨ ਲੈਂਦਾ ਨਹੀਂ, ਦਿੰਦਾ ਆ, ਕਿਉਂਕਿ ਉਹਦਾ ਜੀਵਨ ਉਹਨਾਂ ਤੇ ਨਿਰਭਰ ਹੈ। ਗਾਵਾਂ, ਮੱਝਾਂ ਦਾ ਜਾਂ ਇਹਨਾਂ ਦਾ ਜੀਵਨ, ਬੱਕਰੀਆਂ ਦਾ ਕਿਸਾਨਾਂ ਤੇ ਨਿਰਭਰ ਆ, ਤੇ ਕਿਸਾਨ ਉਹਨਾਂ ਤੇ ਨਿਰਭਰ ਆ, ਤੇ ਉਹਨਾਂ ਨੂੰ ਤੇ ਧੀਆਂ ਪੁੱਤਾਂ ਵਾਂਗੂ ਆ। ਤੁਸੀਂ ਕੀ ਉਹਨਾਂ ਦੀ ਸੇਵਾ ਪੂਜਾ ਕਰੋਗੇ ਬਈ? ਗਊਸ਼ਾਲਾ ਦੇ ਵਿੱਚ ਧੱਕ ਦਿਓਗੇ ਤੇ ਗਾਵਾਂ ਜਿਹੜੀਆਂ ਉਹਨਾਂ ਦੀਆਂ ਹੱਡੀਆਂ ਬਾਹਰ ਨਿਕਲੀਆਂ ਹੋਣਗੀਆਂ, ਅੱਧੀਆਂ ਮਰੀਆਂ ਹੋਣਗੀਆਂ, ਅੱਧੀਆਂ ਹੋਣਗੀਆਂ, ਤੇ ਗਊਸ਼ਾਲਾ ਦੇ ਨਾਂ ਤੇ ਤੁਸੀਂ ਸਾਡੇ ਤੇ ਸੈਸ ਵੀ ਲਾ ਦਿੰਦੇ ਆ, ਉਹ ਪੈਸੇ ਵੀ ਖਾ ਜਾਂਦੇ ਆ। ਕਿੰਨੀਆਂ ਗੱਲਾਂ ਇਹੋ ਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਕਿ ਕਿਹੜੀ ਕਮੇਟੀ ਜਿਹੜੀ ਗਊ ਰਕਸ਼ਕਾਂ ਦੀ ਉੱਥੇ ਬਣਦੀ ਗਊਸ਼ਾਲਾ ਦੀ, ਕਿੰਨਾ ਗਊਆਂ ਦੇ ਮੂੰਹ ਜਾਂਦਾ ਤੇ ਕਿੰਨਾ ਉਹਨਾਂ ਦੇ ਢਿੱਡ 'ਚ ਜਾਂਦਾ। ਉਹਨਾਂ ਦੇ ਢਿੱਡ ਦੇ ਸਾਈਜ਼ ਨੂੰ ਨਾਪ ਕੇ ਪਤਾ ਲੱਗ ਜਾਂਦਾ। ਗਾਵਾਂ ਦਾ ਢਿੱਡ ਤੇ ਹੱਡੀਆਂ ਤਾਂ ਨੂੰ ਨਿਕਲੀਆਂ, ਭੁੱਖੇ ਜ਼ਬਾਨਾਂ ਬਾਹਰ ਨਿਕਲੀਆਂ, ਜ਼ਮੀਨ ਤੇ ਡਿੱਗੀਆਂ ਹੁੰਦੀਆਂ, ਔਰ ਇਹਨਾਂ ਦੇ ਜਿਹੜੇ ਗੋਗੜਾ ਬਾਹਰ ਆਈਆਂ ਹੁੰਦੀਆਂ ਕਈਆਂ ਦੀਆਂ। ਮੈਂ ਸਾਰਿਆਂ ਨੂੰ ਨਹੀਂ ਕਹਿੰਦਾ, ਕੁਝ ਜੈਨੂਅਨ ਵੀ ਹੋਣਗੇ, ਪਰ ਇਹ ਚੱਲ ਰਿਹਾ, ਗਾਵਾਂ ਦੇ ਨਾਂ ਤੇ ਬਿਜ਼ਨਸ ਚੱਲ ਰਿਹਾ। ਬਿਲਕੁਲ ਜੇ ਗਾਂ ਧਾਰਮਿਕ ਸਿੰਬਲ ਹੈ ਵੀ ਉਹਨੂੰ ਬਿਲਕੁਲ ਨਹੀਂ ਮਾਰਨਾ, ਕਿਉਂਕਿ ਸਾਡਾ ਪ੍ਰੋਟੈਕਟਡ। ਫਿਰ ਉਹਨਾਂ ਨੂੰ ਮੈਂ ਕੈਲਕੂਲੇਟ ਕੀਤਾ ਸੀ ਕਿ ਹਰ ਮੰਦਿਰ ਸਾਹਮਣੇ 2 ਗਾਈਆਂ ਬੰਨ੍ਹ ਦਿਓ। ਸਾਰੀਆਂ ਜਿੰਨੇ ਸਟ੍ਰੇ ਕੈਟਲ ਹੈਗੇ ਆ, ਉੱਥੇ ਜਿਹੜਾ ਵੀ ਮੰਦਿਰ 'ਚ ਜਾਵੇ, ਕਿਉਂਕਿ ਧਾਰਮਿਕ ਹੈ, ਕਿਉਂਕਿ ਤੁਸੀਂ ਪੂਜਾ ਕਰਦੇ ਆ, ਤੁਸੀਂ ਉਹਨੂੰ ਪਵਿੱਤਰ ਮੰਨਦੇ ਆ, ਤੁਸੀਂ ਉਹਦੇ ਮੂਤ ਦੇ ਉੱਤੇ ਰਿਸਰਚ ਕਰਾ ਰਹੇ ਆ, ਤੁਸੀਂ ਉਹਦੇ ਗੋਬਰ ਦੇ ਵਿੱਚ ਕੀ ਫਾਇਦੇ ਹੈਗੇ ਆ ਸਾਰਿਆਂ ਇਨਸਾਨਾਂ ਨੂੰ, ਕੀ ਉਹਦੇ 'ਚ ਹੈ। ਉਹਦੇ ਦੁੱਧ 'ਚ ਸੋਨਾ, ਮਿਨਿਸਟਰ ਕਹਿ ਰਹੇ ਆ ਬੀਜੇਪੀ ਦੇ ਕਿ ਸੋਨਾ ਪਾ ਕੇ ਦੁੱਧ ਦਿੰਦੀ ਹੈ, ਇਸੇ ਕਰਕੇ ਉਹ ਪੀਲੇ ਰੰਗ ਦਾ ਹੁੰਦਾ ਆ। ਗਾਂ ਜਿਹੜੀ ਆ ਉਹ ਕਾਰਬਨ ਡਾਈਆਕਸਾਈਡ ਛੱਡਣ ਦੀ ਜਗ੍ਹਾ ਇੱਕ ਆਕਸੀਜਨ ਛੱਡਦੀ ਹੈ। ਤੁਸੀਂ ਇਹ ਸਾਰੀਆਂ ਜਿਹੜੀਆਂ ਬੇਹੂਦਾ ਗੱਲਾਂ ਕਹੀ, ਉਹਨਾਂ 'ਚੋਂ ਜ਼ਿਆਦਾ ਬੇਹੂਦਾ ਮਤਲਬ ਜਿਹੜੀ ਆਕਸੀਜਨ ਛੱਡਣ ਵਾਲੀ, ਮੈਂ ਖੁਦ ਸਾਇੰਸ ਦਾ ਸਟੂਡੈਂਟ MBSc ਕੀਤੀ ਹੈ, ਸਭ ਨੂੰ ਪਤਾ। ਪਰ ਧਰਮ ਦੇ ਵਿੱਚ ਕੋਈ ਤਰਕ ਨਹੀਂ ਹੁੰਦਾ। ਤੁਸੀਂ ਕਰੋ, ਸਾਨੂੰ ਕੋਈ ਗੱਲ ਨਹੀਂ, ਉਹ ਆਕਸੀਜਨ ਛੱਡਦੀ ਆ ਜਾਂ ਓਜ਼ੋਨ ਛੱਡਦੀ ਆ ਜਾਂ ਕੀ ਛੱਡਦੀ, ਜੋ ਮਰਜ਼ੀ ਹੈ। ਫਿਰ ਉਹਨੂੰ ਆਪਣੇ ਧਰਮ ਦੇ ਨਾਲ ਜੋੜ ਕੇ ਰੱਖੋ, ਉਹਨਾਂ ਨੂੰ ਮੰਦਿਰਾਂ ਦੇ ਸਾਹਮਣੇ ਬੰਨ੍ਹ ਕੇ ਰੱਖੋ, ਉਹਨਾਂ ਨੂੰ ਖਵਾਓ ਪਿਆਓ, ਸੇਵਾ ਕਰੋ।
ਦੁੱਧ ਪੀਓ, ਪੰਡਿਤ ਜੀ ਵੀ ਦੁੱਧ ਪੀਣ, ਜੇ ਕੋਈ ਜ਼ਿਆਦਾ ਵੱਧ ਜੇ ਖੀਰ ਬਣਾ ਕੇ ਗਰੀਬਾਂ ਨੂੰ ਵੀ ਖਿਲਾ ਦਿਓ ਜਿਹੜੇ ਮੰਗਤੇ ਬਾਹਰ ਬੈਠੇ ਹੁੰਦੇ। ਬਿਲਕੁਲ ਸਾਂਭੋ ਨਾ ਉਹਨਾਂ ਨੂੰ। ਤੁਸੀਂ ਉਹਨਾਂ ਨੂੰ ਪੋਲੀਥੀਨ ਖਾਣ ਲਈ ਸੜਕਾਂ ਤੇ ਐਕਸੀਡੈਂਟ, ਨਾਲੇ ਬੰਦੇ ਮਰਦੇ ਨਾਲੇ ਡੰਗਰ ਮਰਦੇ, ਲਾਵਾਰਸ ਛੱਡਣਾ। ਜੇ ਤੈਨੂੰ ਤੁਸੀਂ ਪਿਆਰ ਕਰਦੇ ਕਿਸੇ ਚੀਜ਼ ਨੂੰ, ਸਾਡੇ ਮਾਂ-ਬਾਪ ਬਜ਼ੁਰਗ ਜਿਹੜੇ ਆ, ਜੇ ਅਸੀਂ ਉਹਨਾਂ ਨੂੰ ਪਿਆਰ ਕਰਦੇ, ਅਸੀਂ ਸੜਕਾਂ ਤੇ ਛੱਡ ਦਿਆਂਗੇ, ਉਹਨਾਂ ਨੂੰ ਘਰ ਰੱਖਾਂਗੇ, ਇੱਜ਼ਤ ਮਾਣ ਦਿਆਂਗੇ, ਚੰਗੇ ਮਾੜਾ ਜੋ ਅਸੀਂ ਖਾਵਾਂਗੇ ਉਹਨਾਂ ਨੂੰ ਵੀ ਖਵਾਵਾਂਗੇ। ਇਹ ਕੀ ਕੰਮ ਹੋਇਆ ਬਈ? ਮਾਰਨਾ ਹੈ ਨਹੀਂ ਤੇ ਉਹਨਾਂ ਨੂੰ ਬਾਹਰ ਕਰਕੇ ਸੜਕਾਂ ਤੇ ਛੱਡ ਦੇਣਾ ਲੋਕਾਂ ਦੇ। ਇਸ ਵੇਲੇ ਕੱਲੇ ਗੁਜਰਾਤ ਦੇ ਵਿੱਚ 50,000 ਤੋਂ ਉੱਪਰ ਗਾਵਾਂ ਪਿਛਲੇ 7 ਦਿਨਾਂ 'ਚ ਵੱਧ ਗਈਆਂ, ਪਿਛਲੇ 7 ਸਾਲਾਂ 'ਚ, ਜਦੋਂ ਤੋਂ ਬੀਜੇਪੀ ਦਾ 2014 'ਚ ਰਾਜ ਆਇਆ। ਉੱਥੇ ਉਦੋਂ ਪਹਿਲਾਂ ਵੀ ਇੰਨੀ ਸਪੀਡ 'ਚ ਹੀ ਵਧੀਆਂ। ਹੁਣ ਉਹ ਗਾਈਆਂ ਜਗ੍ਹਾ ਜਗ੍ਹਾ ਸੜਕਾਂ ਤੇ ਬੈਠੀਆਂ ਆਰਾਮ ਨਾਲ, ਉਹਨਾਂ ਵਿਚਾਰੀਆਂ ਨੂੰ ਕੀ ਪਤਾ ਭੋਲਾ ਜਾਨਵਰ ਹੈਗਾ, ਸੜਕ ਦੇ ਵਿਚਾਲੇ ਬਹਿੰਦੇ ਐਨ ਠੋਕ ਕੇ, ਹਿਲਦੇ ਨਹੀਂ ਹੈ, ਜਿੰਨਾ ਮਰਜ਼ੀ ਹਾਰਨ ਮਾਰੋ। ਉਹ ਕਹਿੰਦੇ ਕਰੋ ਤੁਸੀਂ। ਜੇ ਉਹਨਾਂ ਨੂੰ ਵੀ ਪਤਾ ਉਹ ਸਤਕਾਰੇ ਹੈਗੇ ਆ, ਉਹਨਾਂ ਦਾ ਟੌਰ ਟੱਪਾ ਪੂਰਾ ਆ, ਉਹਨਾਂ ਨੂੰ ਪਤਾ ਇਹ ਸਾਨੂੰ ਕੱਖ ਨਹੀਂ ਕਰ ਸਕਦੇ, ਕਿਉਂਕਿ ਕਾਨੂੰਨ ਬਣ ਗਿਆ। ਗਾਈਆਂ ਨੂੰ ਵੀ ਪਤਾ ਕਿ ਸਾਨੂੰ ਨਹੀਂ ਉਂਗਲੀ ਲਾ ਸਕਦੇ, ਹੁਣ ਕਾਨੂੰਨ ਬਣ ਗਿਆ ਉਹਨਾਂ ਦੇ ਹੱਕ 'ਚ। ਯੋਗੀ ਨੇ ਵੀ ਬਣਾਤਾ, ਹੋਰਨਾਂ ਨੇ ਵੀ, ਬੀਜੇਪੀ ਨੇ ਜਗ੍ਹਾ ਜਗ੍ਹਾ ਆਪਣੀਆਂ ਸਰਕਾਰਾਂ 'ਚ ਬਣਾਤਾ। ਉਹ ਕਾਨੂੰਨ ਦੀ ਪ੍ਰੋਟੈਕਸ਼ਨ 'ਚ ਪੂਰਾ ਚੌੜੀਆਂ ਹੋ ਕੇ ਐਨ ਵਿਚਾਲੇ ਬਹਿੰਦੀਆਂ ਚੌਂਕ ਦੇ। ਕਰੋ ਕੀ ਕਰੋਗੇ? ਹੱਥ ਨਹੀਂ ਲਾ ਸਕਦੇ। ਹੱਥ ਲਾ ਕੇ ਦਿਖਾਓ, ਜੇ ਤੁਹਾਨੂੰ ਉੱਥੇ ਨਾ ਮਾਰਤਾ ਤੇ ਕੌਣ ਹੱਥ ਲਾਊਗਾ? ਇਹ ਤੇ ਉਹ ਗਾਈਆਂ ਥੋੜੀਆਂ ਚੱਲਦਾ ਫਿਰਦਾ ਹਿਊਮਨ ਬੰਬ ਆ। ਜਿਹਨੇ ਮੜ ਜਾ ਹੱਥ ਲਾਤਾ ਉਹਨੂੰ, ਉਹਦੀ ਪੂਛ ਨੂੰ ਵੀ, ਤੇ ਬਸ ਤੁਹਾਡੇ ਤੇ ਆ ਜਾਣਗੇ ਜਿਹੜੇ ਹੈਗੇ ਆ ਕੌ ਪ੍ਰੋਟੈਕਸ਼ਨ ਵਾਲੇ। 200 ਤੋਂ ਵੱਧ ਗਰੁੱਪ ਕੱਲੇ ਦਿੱਲੀ 'ਚ ਆ ਕੌ ਪ੍ਰੋਟੈਕਸ਼ਨ ਵਾਲੇ। ਕਈ ਗਰੁੱਪਾਂ ਦੀ ਇੱਕ ਦੀ ਮੈਂਬਰਸ਼ਿਪ 5-5 ਹਜ਼ਾਰ ਵੀ ਆ। ਤੁਸੀਂ ਦੇਖ ਲਓ ਦੇਸ਼ ਦਾ ਕੀ ਬਣ ਰਿਹਾ, ਕੀ ਹੋ ਰਿਹਾ ਤੁਹਾਡੀਆਂ ਅੱਖਾਂ ਦੇ ਸਾਹਮਣੇ। ਮੇਰਾ ਤੇ ਇਹੀ ਕਹਿਣਾ, ਹੱਥ ਜੋੜ ਕੇ ਆਪਾਂ ਇਸ ਦੇਸ਼ ਨੂੰ ਇਕੱਠੇ ਰੱਖੀਏ। ਔਰ ਜੋ ਪੰਜਾਬ 'ਚ ਮੈਂ ਦੇਖ ਰਿਹਾ, ਇਹਦਾ ਸਿੱਧਾ ਸਿੱਧਾ ਲਿੰਕ ਸਾਰਿਆਂ ਦੀ ਸਮਝ ਪੈਂਦਾ ਕਿ ਚੋਣਾਂ ਦੇ ਨਾਲ ਆ। ਇਹ ਕਿਉਂ ਹੋ ਰਿਹਾ, ਹੁਣੇ ਕਿਉਂ ਹੋ ਰਿਹਾ, ਲਗਾਤਾਰ ਕਿਉਂ ਹੋ ਰਿਹਾ? ਇੱਕ ਅਗਲੇ ਦਿਨ ਫੇਰ ਇੱਕ, ਪਹਿਲੇ ਦਿਨ ਫੇਰ ਹੋਰ ਕਈ ਕੁਝ ਕਿਉਂ ਹੋ ਰਿਹਾ? ਇਹਦੀ ਆਮ ਬੰਦਿਆਂ ਨੂੰ ਸਾਡੀ ਅਪੀਲ ਹੈ ਕਿ ਉਹ ਭਟਕਣ ਨਾ, ਹਰ ਬੰਦੇ ਨੂੰ ਫੜ ਕੇ ਸ਼ੱਕ ਦੀ ਆਧਾਰ ਤੇ ਮਾਰਨਾ ਨਾ ਸ਼ੁਰੂ ਕਰਨ। ਜੇ ਅਸੀਂ ਪਾਪ ਕਰਾਂਗੇ, ਕੋਈ ਗਲਤ ਕੰਮ ਕਰਾਂਗੇ, ਸ਼ੱਕ ਦੇ ਆਧਾਰ ਤੇ ਕਿਸੇ ਦੀ ਜਾਨ ਲਵਾਂਗੇ, ਓਨਾ ਹੀ ਅਸੀਂ ਆਪਣੀ ਜਾਨ ਨੂੰ ਖਤਰੇ 'ਚ ਪਾ ਰਹੇ ਹੋਵਾਂਗੇ। ਫਿਰ ਜਦੋਂ ਕਾਨੂੰਨ ਸਾਡੇ ਲਈ ਨਹੀਂ ਹੋਊਗਾ, ਤਾਂ ਫਿਰ ਉਹ ਕਿਸੇ ਲਈ ਵੀ ਨਹੀਂ ਹੋਊਗਾ। ਤੇ ਉਹਨਾਂ ਹਾਲਾਤਾਂ 'ਚ ਜਿਹੜੇ ਗੁੰਡੇ ਹੋਣਗੇ, ਜਿਹੜੇ ਗੈਂਗਸਟਰ ਹੋਣਗੇ, ਉਹਨਾਂ ਦਾ ਰਾਜ ਹੋਊਗਾ। ਕਾਨੂੰਨ ਦਾ ਰਾਜ ਇੱਕ ਆਮ ਸ਼ਹਿਰੀ ਨੂੰ, ਜਿਹੜਾ ਚੰਗਾ ਜੀਵਨ ਚਾਹੁੰਦਾ, ਉਹਨੂੰ ਚਾਹੀਦਾ। ਇਹ ਗੱਲ ਅਲੱਗ ਇਸ਼ੂ ਹੈ ਕਿ ਕਾਨੂੰਨ ਦਾ ਰਾਜ ਵੈਸੇ ਵੀ ਹੈ ਨਹੀਂ, ਤੇ ਉਹ ਸਾਡੀ ਮੰਗ ਚਾਹੀਦੀ ਹੈ ਕਿ ਕਾਨੂੰਨ ਦਾ ਰਾਜ ਕਿਉਂ ਨਹੀਂ ਹੈ। ਨਾ ਕਿ ਅਸੀਂ ਇਹ ਕਹੀਏ ਕਿਉਂਕਿ ਕਾਨੂੰਨ ਦੇ ਰਾਹੀਂ ਸਾਨੂੰ ਇਨਸਾਫ ਨਹੀਂ ਮਿਲਦਾ, ਤੇ ਫਿਰ ਚਲੋ ਵੀ ਸਾਰੇ ਖੁੱਲੀ ਖੇਡ ਖੇਡੋ। ਕਿਉਂਕਿ ਸਿੱਖਾਂ ਦੇ ਕੋਲ, ਸਾਰਿਆਂ ਕੋਲ 3 ਫੁੱਟੀ ਕਿਰਪਾਨ ਰੱਖਣ ਦਾ ਅਧਿਕਾਰ ਹੈਗਾ। ਤੇ ਸਿਮਰਨਜੀਤ ਸਿੰਘ ਮਾਨ ਜਿਹੜੇ ਕਹਿ ਰਹੇ ਸੀ ਪਾਰਲੀਮੈਂਟ ਦੇ ਅੰਦਰ, ਮੈਂ ਕਿਰਪਾਨ ਜੇ ਨਹੀਂ ਲੈ ਕੇ ਜਾਣ ਦਿੱਤਾ ਤੇ ਫਿਰ ਮੈਂ ਤੇ ਬਾਹਰ ਹੀ ਰਹੂੰਗਾ। ਉਹ ਰਹੇ ਵੀ, ਫਿਰ ਇਹ ਕੰਮ ਜਿਹੜਾ ਇੱਧਰ ਨੂੰ ਚੱਲੂਗਾ ਜ਼ਿਆਦਾ, ਕਿ ਆਓ ਫਿਰ ਜਿਹੜਾ ਆਉਂਦਾ ਮੁਕਾਬਲੇ 'ਚ। ਆਪਾਂ ਇਸ ਦੇ ਬਹੁਤ ਸੀਰੀਅਸ ਰੈਪਰਕਸ਼ਨ ਸੁਖਵਿੰਦਰ ਜੀ ਹੋ ਸਕਦੇ ਆ, ਜਿਸ ਪਾਸੇ ਨੂੰ ਚਾਰਜਡ ਮਾਈਂਡ ਲੋਕ ਦੁਖੀ ਆ। ਲੋਕ ਦੁਖੀ ਇਸ ਕਰਕੇ ਨਹੀਂ ਕਿ ਸਾਡੇ ਧਰਮ ਨਾਲ ਕੀ ਹੋ ਰਿਹਾ, ਲੋਕ ਦੁਖੀ ਇਸ ਕਰਕੇ ਕਿ ਉਹਨਾਂ ਦਾ ਕੋਈ ਵੀ ਸਹਾਰਾ, ਬੇਸਹਾਰੇ, ਅਸਹਾਏ ਹੋ ਚੁੱਕੇ ਆ। ਦੇਖੋ ਕਿਵੇਂ ਸਾਡੇ ਪੜ੍ਹੇ ਲਿਖੇ ਨੌਜਵਾਨ ਕੁਝ ਭੱਜ ਰਹੇ ਆ ਵਿਦੇਸ਼ਾਂ ਨੂੰ, ਕੁਝ ਇੱਥੇ ਧੱਕੇ ਖਾਂਦੇ ਫਿਰਦੇ। ਮੈਂ ਅੱਜ ਜਲੰਧਰ ਸੀਗਾ, ਅਸੀਂ ਇੱਕ ਫੰਕਸ਼ਨ ਪੰਜਾਬੀ ਨੂੰ ਬਚਾਉਣ ਤੇ ਰੱਖਿਆ ਸੀਗਾ, ਉੱਥੇ ਬੁਲਾਇਆ ਹੋਇਆ ਸੀਗਾ ਪ੍ਰਗਟ ਸਿੰਘ ਹੁਣਾਂ ਨੂੰ ਵੀ, ਬਹੁਤ ਚੰਗਾ ਬੋਲ ਕੇ ਵੀ ਗਏ, ਹੋਰ ਵੀ ਬਹੁਤ ਚੰਗਾ ਉੱਥੇ ਵਿਚਾਰ ਚਰਚਾ। ਪਰ ਜਿਉਂ ਹੀ ਵਿੱਚੇ ਹੀ ਨਾਰੇ ਲੱਗਣ ਲੱਗ ਪਏ, ਵਿੱਚੇ ਹੀ ਰੌਲਾ ਪੈ ਗਿਆ। ਹਰ ਜਗ੍ਹਾ ਹੁੰਦਾ, ਸਾਨੂੰ ਉਮੀਦ ਵੀ ਸੀ ਵੀ ਕੁਛ ਨਾ ਕੁਛ ਹੋਊਗਾ। ਜਿਉਂ ਹੀ ਉੱਠ ਕੇ ਗਿਆ, 25-30 ਬੰਦੇ ਪਿੱਛੇ, ਦੇਤਰੇ ਦੀ ਘੇਰਾਬੰਦੀ, ਆਹ ਕਰੋ, ਆਹ ਕਰੋ, ਆਹ ਕਰੋ, ਆਹ ਨਹੀਂ ਕੀਤਾ, ਆਹ ਨਹੀਂ ਕੀਤਾ। ਅੱਧਾ ਘੰਟਾ ਉੱਥੇ ਘੇਰੀ ਪਾ ਰੱਖਿਆ। ਕਹਿਣ ਦਾ ਮਤਲਬ ਹੈ ਕਿ ਲੋਕ ਅਸਹਾਏ, ਗੌਰਮੈਂਟਾਂ ਤੇ ਭਰੋਸਾ ਨਹੀਂ, ਪੁਲਿਸ ਤੇ ਭਰੋਸਾ ਨਹੀਂ, ਕਾਨੂੰਨ ਤੇ ਭਰੋਸਾ ਨਹੀਂ, ਕੋਰਟ ਕਚਹਿਰੀਆਂ ਲਟਕਾ ਕੇ ਮਾਰ ਦਿੰਦੀਆਂ, ਥਕਾ ਦਿੰਦੀਆਂ। ਦੇਸ਼ ਅਨਾਰਕੀ ਵੱਲ ਨੂੰ ਵੱਧ ਰਿਹਾ ਸੁਖਵਿੰਦਰ। ਜੇ ਇਧਰ ਨੂੰ ਹੋਰ ਵਧਿਆ ਤੇ ਇਸ ਹਾਲਾਤਾਂ 'ਚ ਸਰਕਾਰ ਬਹੁ ਗਿਣਤੀ ਨਾਲ ਹੋਊਗੀ, ਘੱਟ ਗਿਣਤੀਆਂ ਨਾਲ ਨਹੀਂ। ਇਸ ਲਈ ਘੱਟ ਗਿਣਤੀਆਂ ਨੂੰ ਦੇਸ਼ ਦੇ ਅੰਦਰ ਲੋਕਤੰਤਰਕ ਪ੍ਰਣਾਲੀ ਦਾ ਮਜ਼ਬੂਤ ਹੋਣਾ, ਸੈਕੂਲਰ ਕ੍ਰੈਡੈਂਸ਼ੀਅਲ ਜਿਹਨੂੰ ਕਹਿੰਦੇ ਧਰਮ ਨਿਰਪੱਖਤਾ ਦਾ ਰਾਜ ਹੋਣਾ, ਕਾਨੂੰਨ ਦਾ ਰਾਜ ਹੋਣਾ,
ਇਹ ਸਭ ਲਈ ਸਾਰਿਆਂ ਨਾਲੋਂ ਜ਼ਿਆਦਾ ਘੱਟ ਗਿਣਤੀਆਂ ਨੂੰ ਜ਼ਰੂਰੀ ਹੈ, ਖਾਸ ਕਰਕੇ ਗਰੀਬਾਂ ਨੂੰ, ਸਾਰੇ ਕਿਸਮ ਦੇ ਗਰੀਬਾਂ ਨੂੰ ਜ਼ਰੂਰੀ ਹੈ, ਕਿਉਂਕਿ ਸਭ ਤੋਂ ਵੱਧ ਕਸਾਰਾ ਉਹਨਾਂ ਨੂੰ ਲੱਗੂਗਾ। ਹਾਂਜੀ ਜੀ ਬਿਲਕੁਲ। ਮਸਲਾ ਬੇहद ਗੰਭੀਰ ਹੈ, ਇਸ ਕਰਕੇ ਸਵਾਲ ਘੱਟ ਅਸੀਂ ਕਰੀਦੇ ਨੇ ਤੇ ਜਵਾਬ ਵੱਧ ਤੋਂ ਵੱਧ, ਤਾਂ ਕਿ ਖੁੱਲ ਕੇ ਲੋਕਾਂ ਤੱਕ ਉਸ ਸਵਾਲ ਦਾ ਜਵਾਬ ਪਹੁੰਚੇ, ਲੋਕ ਉਹਦਾ ਹਰ ਪੱਖ ਜਾਣਨ। ਇਸ ਕਰਕੇ ਮੈਂ ਪ੍ਰੋਫੈਸਰ ਸਾਹਿਬ ਦੂਜਾ ਤੇ ਆਖਰੀ ਸਵਾਲ ਹੀ ਕਰਨ ਲੱਗਿਆ, ਇਹਨੂੰ ਵੀ ਇਸੇ ਤਰ੍ਹਾਂ ਖੋਲ ਕੇ ਖੁੱਲੇ ਢੰਗ ਨਾਲ ਲੋਕਾਂ ਨੂੰ ਸਮਝ ਆਵੇ ਕਿ ਜਦੋਂ ਅਸੀਂ ਪਿਛਲੇ ਸਮੇਂ ਦੌਰਾਨ ਦੇਖਿਆ ਕਿਸਾਨੀ ਅੰਦੋਲਨ ਚੱਲਿਆ, ਤਾਂ ਬੀਜੇਪੀ ਇਹ ਗੱਲ ਕਹਿੰਦੀ ਰਹੀ ਕਿ ਮੋਦੀ ਸਾਹਿਬ ਦੇ ਅਕਸ ਨੂੰ ਢਾਹ ਲਾਉਣ ਦੇ ਲਈ ਇਹ ਅੰਦੋਲਨ ਸਿਆਸੀ ਲੋਕਾਂ ਨੇ ਖੜਾ ਕੀਤਾ। ਉਸ ਤੋਂ ਬਾਅਦ ਗੱਲ ਸਿੱਖਾਂ ਦੇ ਅਕਸ ਦੀ ਆ ਗਈ ਕਿ ਸਿੱਖਾਂ ਦਾ ਅਕਸ ਕਿਸ ਕਦਰ ਬਣਿਆ ਉਸ ਅੰਦੋਲਨ ਦੇ ਵਿੱਚੋਂ, ਤੇ ਫਿਰ ਜਦੋਂ ਉਹ ਅਕਸ ਦੁਨੀਆ ਪੱਧਰ ਦੇ ਵਿੱਚ ਪਹੁੰਚਿਆ ਤਾਂ ਉਹਨੂੰ 26 ਜਨਵਰੀ ਤੇ ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰੀਆਂ, ਸਿੰਘੂ ਬਾਰਡਰ ਤੇ ਕਤਲ ਹੋਣਾ ਜਾਂ ਹੋਰ ਜੋ ਅਸੀਂ ਆ ਬੇਅਦਬੀ ਦੀਆਂ, ਦਰਬਾਰ ਸਾਹਿਬ ਤੱਕ ਬੇਅਦਬੀ ਦਾ ਪਹੁੰਚ ਜਾਣਾ, ਇਹਨਾਂ ਮਸਲਿਆਂ ਦਾ, ਇਹ ਸਾਰਾ ਕੁਝ ਹੋਣਾ। ਉਧਰਲੇ ਪਾਸੇ ਯੂਪੀ ਦੀਆਂ ਚੋਣਾਂ ਨੇ, ਉੱਥੇ ਵੀ ਬੀਜੇਪੀ ਆਪਣਾ ਪੱਤਾ ਚਲਾ ਰਹੀ ਹੈ, ਉਹਦੇ ਲਈ ਵੱਡੀ ਇਲੈਕਸ਼ਨ ਆ ਉੱਥੇ। ਇਧਰ ਪੰਜਾਬ ਦੇ ਵਿੱਚ ਉਹਨਾਂ ਨੂੰ ਲੱਗਦਾ ਸ਼ਾਇਦ, ਆਪਾਂ ਜੇ ਮੰਨ ਲਈਏ ਸਿਆਸੀ ਤੌਰ ਦੇ ਉੱਤੇ, ਕਿ ਇੱਥੇ ਉਹ ਪੱਤਾ ਨਹੀਂ ਚੱਲਣਾ ਜਿਹੜਾ ਬਾਕੀ ਸੂਬਿਆਂ ਦੇ ਵਿੱਚ ਚੱਲਦਾ। ਇੱਥੇ ਇਹਨਾਂ ਦੇ ਆਧਾਰ ਤੇ ਇਹਨਾਂ ਨੂੰ ਕਿਸ ਤਰ੍ਹਾਂ ਕਾਟ ਮਾਰਨੀ ਹੈ, ਉਦਾਂ ਚੱਲਣਾ। ਇਸ ਦੇ ਬਾਰੇ ਤੁਹਾਡਾ ਕੀ ਮੰਨਣਾ? ਦੇਖੋ, ਇਹ ਚ ਮੈਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਜੇ ਟੈਣੀ ਦਾ ਜਿਹੜੇ ਅਜੇ ਮਿਸ਼ਰਾ ਹੁਣ ਹੋਮ ਮਿਨਿਸਟਰ, ਸਟੇਟ ਹੋਮ ਮਿਨਿਸਟਰ, ਉਹਨੂੰ ਗੱਦੀ ਤੋਂ ਹਟਾਉਣ ਲਈ ਵੱਡੇ ਪੱਧਰ ਤੇ ਉੱਥੇ ਮੂਵਮੈਂਟ ਕਿਸਾਨਾਂ ਦੀ ਲਾਂਚ ਨਹੀਂ ਹੋ ਸਕੀ, ਉਹਦਾ ਇੱਕ ਕਾਰਨ ਇਹ ਹੈ ਕਿ ਕਿਤੇ ਧਰੂਵੀਕਰਨ ਨਾ ਹੋ ਜਾਏ, ਕਿ ਜਿਹੜੇ ਬੀਜੇਪੀ ਦੇ ਪੋਲੀਟੀਸ਼ੀਅਨ ਆ ਇਹ ਗੱਲ ਨਾ ਫੈਲਾ ਦੇਣ ਕਿ ਮਾਰੋ ਇਹਨਾਂ ਨੂੰ, ਸਰਦਾਰਾਂ ਨੂੰ, ਤੇ ਇਹਨਾਂ ਨੂੰ ਕਰੋ ਇੱਥੋਂ ਬਾਹਰ, ਇਹਨਾਂ ਨੂੰ ਪੰਜਾਬ ਭੇਜੋ, ਇੱਥੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਕਰੇ ਫਿਰਦੇ, ਤੁਸੀਂ ਧਰਤੀ ਪੁੱਤਰ ਆ, ਤੁਸੀਂ ਇਹਨਾਂ ਦੇ ਮਾਲਕ ਆ, ਕਿਤੇ ਇਹ ਅੱਗ ਨਾ ਫੈਲਾਤੀ ਜਾਏ। ਸ਼ਾਇਦ ਇਹਨਾਂ ਕਾਰਨਾਂ ਕਰਕੇ ਹੀ ਜਿਹੜਾ ਟੈਣੀ ਸੀ, ਉਹਨੂੰ ਵੋਟਾਂ ਪਾਉਣ ਵਾਲੇ ਤੇ ਸਰਦਾਰ ਸਾਡੇ ਪੰਜਾਬੀ ਭਾਈ ਸੀਗੇ, ਉਹਨਾਂ ਦਾ ਕੌਨਫੀਡੈਂਸ਼ੀਅਲ ਸੀਗਾ। ਹਰ ਬੰਦਾ ਜਿਹੜਾ ਘੱਟ ਗਿਣਤੀ ਚ ਹੁੰਦਾ, ਅਸੁਰੱਖਿਅਤ ਹੁੰਦਾ, ਉਹ ਜਿਹੜੀ ਤਕੜੀ ਕੋਈ ਵੀ ਪਾਰਟੀ ਹੈ ਜਾਂ ਪ੍ਰੋਟੈਕਸ਼ਨ ਹੈ, ਉਹਦੇ ਕੋਲ ਜਾ ਕੇ ਆਪਣੀ ਪ੍ਰੋਟੈਕਸ਼ਨ ਲੈਂਦਾ। ਪਰ ਇਹ ਤੇ ਜਦੋਂ ਅਸੀਂ ਲਖੀਮਪੁਰ ਖੀਰੀ ਵਾਲੀ ਰੈਲੀ ਦੇਖੀ, ਉਹਦੇ ਚ 95% ਪੰਜਾਬੀ ਸੀਗੇ, 5% ਲੋਕਲ ਬੰਦੇ ਸੀ। ਕਈ ਦੇਖੋ, ਇਹ ਬੜੇ ਕੰਪਲੈਕਸ ਹੁੰਦਾ ਹੈ, ਸਾਰੇ ਸੰਸਾਰ ਚ ਹੀ ਇੰਜ ਆ, ਪੰਜਾਬ ਯੂਪੀ ਦਾ ਕੇਸ ਵਿੱਚ ਵੀ ਇੰਜ ਆ। ਉੱਥੇ ਜੋ ਕੀਤਾ ਗਿਆ, ਹੁਣ ਸਾਡੀ ਦੁਬਿਧਾ ਇਹ ਆ ਵੀ ਜੇ ਕੀਤਾ ਗਿਆ ਕਿ ਇਨਸਾਫ ਲਈ ਡਟੀਏ ਕਿ ਨਾ ਡਟੀਏ। ਉਹ ਡਟ ਰਹੇ ਆ, ਕਿਸਾਨਾਂ ਨੇ ਵੀ ਕੀਤਾ, ਅੱਜ ਵੀ ਕਰ ਰਹੇ ਆ, ਅੱਜ ਵੀ ਉਹ ਆਵਾਜ਼ ਉੱਠ ਰਹੀ ਹੈ। ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਬੜੀ ਮਦਦ ਕੀਤੀ ਹੈ। ਹਾਲਾਂਕਿ ਮੈਂ ਚਾਹੂੰਗਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਿੱਚ ਘੱਟੋ ਘੱਟ ਇੱਕ ਦਿਨ ਦਾ ਵੱਡਾ ਪ੍ਰੋਟੈਸਟ ਇਸ ਗੱਲ ਤੇ ਹੋਣਾ ਚਾਹੀਦਾ ਕਿ ਉਹਨੂੰ ਕਿਉਂ ਨਹੀਂ ਅਜੇ ਤੱਕ ਹਟਾਇਆ ਗਿਆ। ਜੇ ਕਾਂਗਰਸ ਪਾਰਲੀਮੈਂਟ ਦੇ ਅੰਦਰ ਕਹਿ ਰਹੀ ਹੈ, ਰਾਹੁਲ ਗਾਂਧੀ ਕਹਿ ਰਿਹਾ, ਆਪਣਾ ਤੇ ਉਹ ਬੰਦਾ ਆਪਣੀ ਤੇ ਮੂਵਮੈਂਟ ਦੇ ਹਿੱਸੇ ਦੇ ਵਜੋਂ ਸਾਰਾ ਹੋਇਆ, ਤੇ ਸਾਨੂੰ ਕਰਨਾ ਚਾਹੀਦਾ। ਰਹੀ ਗੱਲ ਪੰਜਾਬ ਦੀ, ਪੰਜਾਬ ਦੇ ਵਿੱਚ ਬੜਾ ਸਾਫ਼ ਹੈ ਸੁਖਵਿੰਦਰ, ਸਿੱਖ ਮੈਜੋਰਿਟੀ ਸਟੇਟ ਹੈਗੀ ਹੈ, ਤੇ ਇੱਕ ਘੱਟ ਗਿਣਤੀਆਂ ਦੀ ਮੈਜੋਰਿਟੀ ਆ ਪੰਜਾਬ 'ਚ, ਹੈ ਨਾ। ਇੱਕ ਜੰਮੂ ਕਸ਼ਮੀਰ ਦੇ ਵਿੱਚ ਹੈਗੀ ਆ, ਉਹ ਮੁਸਲਿਮ ਮੈਜੋਰਿਟੀ ਸਟੇਟ ਆ, ਉਹ ਉੱਥੇ ਵੀ ਘੱਟ ਗਿਣਤੀ ਦੇਸ਼ ਦੀ ਜਿਹੜੀ ਇੱਥੇ ਮੈਜੋਰਿਟੀ 'ਚ ਆ। ਇਹ ਦੋਹੇ ਹੀ ਜਿਹੜੀਆਂ ਕੇਂਦਰੀ ਤਾਕਤਾਂ ਉਹਨਾਂ ਨੂੰ ਸਿਖਾਉਂਦੇ ਨਹੀਂ। ਹੁਣ ਕੀ ਕਰਨਾ ਚਾਹੁੰਦੇ ਆ? ਪੈਰ ਉਖੜ ਗਏ ਆ ਪੰਜਾਬ ਦੇ ਅੰਦਰੋਂ, ਬਹੁਤ ਬੁਰੇ ਤਰੀਕੇ ਨਾਲ ਪਿੰਡਾਂ ਦੇ ਰੂਰਲ ਏਰੀਆ ਚੋਂ ਪੈਰ ਉਖੜ ਗਏ ਆ। ਉਹਨਾਂ ਨੇ ਕੀ ਪਲਾਨ ਕੀਤਾ ਕਿ ਪਿੰਡਾਂ ਚੋਂ ਪੈਰ ਲਾਉਣ ਲਈ ਤੁਸੀਂ ਪਹਿਲਾ ਧਰੂਵੀਕਰਨ ਇਹ ਕਰੋ। ਬੀਜੇਪੀ ਨੇ ਇਹ ਕੋਸ਼ਿਸ਼ ਕੀਤੀ ਕਿ ਦਲਿਤ ਵਰਸਸ ਨਾਨ ਦਲਿਤ ਬਣਾ ਦਿਓ, ਤੇ ਪਿੰਡਾਂ 'ਚ 37% ਦਲਿਤ ਆ, ਉਹਨਾਂ ਦੇ ਚੀਫ ਮਿਨਿਸਟਰ ਦਾ ਨਾਂ ਲੈ ਕੇ ਪਹਿਲਾਂ ਧਰੂਵੀਕਰਨ ਇਹ ਸ਼ੁਰੂ ਕੀਤਾ। ਉਹ ਗੱਲ ਚੱਲੀ ਨਹੀਂ, ਸਿੱਖੀ ਦਾ ਅਸਰ ਆ। ਬਹੁਤਾ ਲੋਕੀ ਕਮਿਊਨਲ ਨਹੀਂ ਹੈਗੇ, ਲੋਕ ਸਮਝਦੇ ਆ ਪੈਣ ਜਾਤੀ ਵਿਤਕਰਾ ਕਰਦੇ ਆ, ਇਹ 'ਚ ਕੋਈ ਦੋ ਰਾਏ ਨਹੀਂ ਹੈ, ਡਟ ਕੇ ਕਹਿਣਾ ਮੈਂ ਕਰਦੇ ਆ, ਪਿੰਡਾਂ 'ਚ ਕਰਦੇ ਆ, ਔਰ ਕਿਸਾਨ ਕਰਦੇ ਆ, ਇਹਦੇ 'ਚ ਵੀ ਮੈਨੂੰ ਕੋਈ ਕਹਿਣ 'ਚ ਹਰਜ ਨਹੀਂ ਹੈ। ਪਰ ਉਹ ਇਸ ਕਦਰ ਨਹੀਂ ਹੈ ਕਿ ਇੱਕ ਦੂਜੇ ਦੇ ਆਮਣੇ ਸਾਹਮਣੇ ਆ ਕੇ ਖੜੇ ਹੋ ਜਾਣ। ਕਾਰਨ ਉਹਦੇ ਕਈ ਵੀ ਹੋ ਸਕਦੇ ਆ। ਖੈਰ ਚਲੋ, ਇਹ ਗੱਲਾਂ ਬਹੁਤ ਲੰਬਾ ਇੱਕ ਆਪਣੇ ਆਪ 'ਚ ਹੋ ਸਕਦਾ, ਪਰ ਬੀਜੇਪੀ ਨੇ ਇਹ ਕੋਸ਼ਿਸ਼ ਕੀਤੀ। ਉਹਨਾਂ ਨੂੰ ਇਹ ਲੱਗਾ ਕਿ ਜੇ 37% ਪਿੰਡਾਂ ਦਾ ਤੇ ਚਲੋ 50% ਵੀ ਸ਼ਹਿਰਾਂ ਦਾ ਹਿੰਦੂ ਤਬਕਾ ਨਾਲ ਜੋੜ ਲਿਆ ਤਾਂ ਬਸ ਫਿਰ ਸਰਕਾਰ ਬਣ ਗਈ, ਫਿਰ ਹੋਰ ਕੀ ਚਾਹੀਦਾ। ਇਹ ਉਹਨਾਂ ਨੇ ਚਾਲ ਸੀ, ਉਹਨਾਂ ਦੀ ਸਕੀਮ ਸੀ। ਪੇਂਡੂ ਸਕੀਮ ਜਿਹੜੀ ਆ ਉਹ ਫੇਲ ਹੋ ਗਈ,
क्योंकि चीफ मिनिस्टर चन्नी बन गया। एक तो हवा इन्हें कढ़ती, इन्हें दोवां दी हवा कढ़ती, बीजेपी दी इस करके क्योंकि खुद चीफ मिनिस्टर बन गया, और आम आदमी दी कढ़ती कह के केजरीवाल दी कहता कि मैं ते आम आदमी है, इधर ये किहड़ा आम आदमी है। ਉਹ ਗੱਲ ਕਿਸੇ ਹੱਦ ਤੱਕ ਲੋਕਾਂ ਨੂੰ ਸਮਝ ਵੀ ਪਈ, ਖਾਸ ਕਰ ਉਸ ਸਮੁਦਾਇ ਦੇ ਲੋਕਾਂ ਨੂੰ ਪਈ ਜਿਨ੍ਹਾਂ ਨੂੰ ਉਹ ਸਮਝਾਉਣਾ ਚਾਹੁੰਦਾ ਸੀਗਾ। ਅਗਲਾ ਕੀ ਰਹਿ ਗਿਆ ਹੁਣ? ਪਿੰਡ ਤੇ ਗਏ ਬਾਹਰ, ਅਗਲਾ ਰਹਿ ਗਿਆ ਕਿ ਸ਼ਹਿਰੀ ਵੋਟਾਂ ਨੂੰ ਵੱਧ ਤੋਂ ਵੱਧ ਇਕੱਠਾ ਕਰ ਲਿਆ ਜਾਏ ਤੇ ਕਾਂਗਰਸ ਨੂੰ ਉਹਦੇ ਚੋਂ ਬਾਹਰ ਕੀਤਾ ਜਾਏ। ਕਾਲੀ ਤੇ ਪਹਿਲਾਂ ਹੀ ਸ਼ਹਿਰਾਂ 'ਚ ਆਟੇ 'ਚ ਲੂਣ ਬਰਾਬਰ ਆ, ਘੱਟ ਹੈਗੇ ਆ, ਹੁਣ ਤੇ ਹੋਰ ਘੱਟ ਜਾਣਗੇ ਐਤਕੀ ਕਿਉਂਕਿ ਬੀਜੇਪੀ ਨਾਲ ਨਹੀਂ ਹੈਗੀ। ਇਹ ਅਰਬਨ ਜਿਹੜੇ ਹਿੰਦੂ ਪਾਪੂਲੇਸ਼ਨ ਆ ਉਹਨਾਂ ਨੂੰ ਇੱਕ ਜਗ੍ਹਾ ਮਜ਼ਬੂਤੀ ਨਾਲ ਕਾਂਗਰਸ ਦੇ ਖੰਭਾਂ ਥੱਲਿਓਂ ਬਾਹਰ ਲਿਆ ਕੇ ਆਪਣੇ ਖੰਭਾਂ ਥੱਲੇ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਆ। ਹੁਣ ਹੋਇਆ ਕੀ ਆ? ਇਹਨਾਂ ਦੋਹਾਂ ਹੀ ਕਤਲਾਂ ਦੇ ਨਾਲ ਹਿੰਦੂ ਸਾਰਾ ਪੰਜਾਬ ਦਾ ਡਰਿਆ ਹੋਊਗਾ। ਮੈਂ ਅਜੇ ਗਿਆ ਨਹੀਂ ਹੈ ਉਹਨਾਂ ਨੂੰ ਮਿਲਣ ਗਿਲਣ, ਜਾਂ ਖਬਰਾਂ ਆ ਜਾਣਗੀਆਂ। ਉਹਨਾਂ ਨੂੰ ਡਰਾਇਆ ਜਾ ਰਿਹਾ। ਕੈਪਟਨ ਵੀ ਇਹੋ ਹੀ ਕੰਮ ਕਰ ਰਿਹਾ ਸੀ। ਪਾਕਿਸਤਾਨ ਦਾ ਹਮਲਾ, ਪਾਕਿਸਤਾਨ ਤੋਂ ਆ ਗਿਆ, ਉਹ ਕਿਹਨੂੰ ਡਰਾ ਰਿਹਾ? ਉਹ ਵੀ ਇਹਨਾਂ ਨੂੰ ਡਰਾ ਰਿਹਾ। ਇਸ ਲਈ ਕੁੱਲ ਮਿਲਾ ਕੇ ਪੰਜਾਬ ਦੇ ਅੰਦਰ ਇਹੋ ਜਿਹਾ ਏਜੰਸੀਆਂ ਵੱਲੋਂ ਕਹੋ, ਕਿਸੇ ਬੰਦਿਆਂ ਵੱਲੋਂ ਕਹੋ, ਇਹ ਲਗਾਤਾਰ ਘਟਨਾਵਾਂ ਜੇ ਜੋੜ ਕੇ ਦੇਖੋ ਜਾਂ ਦੇਸ਼ ਦੇ ਹਾਲਾਤ ਦੇ ਵਿੱਚ ਫਿੱਟ ਕਰਕੇ ਦੇਖੋ ਤੇ ਸਾਫ਼ ਨਜ਼ਰ ਆਉਂਦਾ ਕਿ ਇੱਥੋਂ ਦਾ ਜਿਹੜਾ ਸਾਡਾ ਆਪਸੀ ਫਿਰਕਿਆਂ ਦਾ ਭਾਈਚਾਰਾ, ਜਾਤੀਗਤ ਭਾਈਚਾਰਾ, ਉਸ ਨੂੰ ਵੱਡਾ ਖਤਰਾ ਆਲਰੇਡੀ ਖੜਾ ਕਰ ਦਿੱਤਾ ਗਿਆ। ਮੇਰੀ ਖਾਸ ਕਰਕੇ ਸਿੱਖ ਵੀਰਾਂ ਨੂੰ ਬੇਨਤੀ ਹੈ ਕਿ ਸਿੱਖੀ ਹਰ ਘੱਟ ਗਿਣਤੀ ਨੂੰ, ਹਰ ਅਨਪ੍ਰੋਟੈਕਟਡ ਨੂੰ, ਜਿਹੜੇ ਅਸੁਰੱਖਿਅਤ ਆ, ਉਹਨਾਂ ਲਈ ਸੁਰੱਖਿਅਤ ਦੀ ਛਤਰੀ ਹੈ। ਭਾਵੇਂ ਉਹਨਾਂ ਦਾ ਰੋਟੀ ਪਾਣੀ ਦਾ ਹੋਵੇ, ਭਾਵੇਂ ਉਹਨਾਂ ਦੀ ਅਸਹਾਇਆਂ ਦਾ ਕੋਈ ਸਹਾਰਾ ਬਣਨਾ ਹੋਵੇ, ਭਾਵੇਂ ਕਿਸੇ ਵੀ ਕਿਸਮ ਦੀ ਪ੍ਰੋਟੈਕਸ਼ਨ ਹੋਵੇ, ਕਿਸੇ ਨੂੰ ਕੋਈ ਵੀ ਲੋੜ ਹੋਵੇ, ਜੋ ਆਪਾਂ ਸਿੰਘੂ ਤੇ ਟਿਕਰੀ ਬਾਰਡਰ ਤੇ 1 ਸਾਲ ਲਈ ਕਰਕੇ ਦਿਖਾਤਾ। ਅਸੀਂ ਉਹ ਹੈ, ਸਾਡਾ ਅਸਲੀ ਰੂਪ ਉਹ ਹੈ। ਇੱਥੇ ਵੀ ਭੜਕਾਟ ਚਾਉਣ ਦੀ ਜਗ੍ਹਾ, ਬਾਰ-ਬਾਰ ਇਹੋ ਜਿਹਾ ਕੁਝ ਕਰਨ ਦੀ ਜਗ੍ਹਾ, ਉਹਦੇ ਨਾਲ ਆਘਾਤ ਜ਼ਰੂਰ ਪਹੁੰਚੂਗਾ, ਜ਼ਰੂਰ ਚੋਟ ਪਹੁੰਚੂਗੀ ਸਾਡੇ ਜਿਹੜੇ ਇੱਥੇ ਦੇ ਪੰਜਾਬੀ ਘੱਟ ਗਿਣਤੀ ਵਾਲੇ ਹੈਗੇ। ਇਸ ਨੂੰ ਆਪਾਂ ਆਪਣੇ ਭਾਈਚਾਰੇ ਨੂੰ ਕਿਵੇਂ ਬਚਾ ਕੇ ਰੱਖਣਾ ਤੇ ਕਿਵੇਂ ਵੋਟਾਂ ਦਾ ਜਿਹੜੇ ਵਿੱਚ ਇਸ ਗੱਲ ਨੂੰ ਧਰੂਵੀਕਰਨ ਕਰਕੇ ਬੀਜੇਪੀ ਆਪਣੀ ਇੱਥੇ ਸ਼ਾਖਾ ਨੂੰ ਮਜ਼ਬੂਤ ਕਰਨਾ ਚਾਹੁੰਦੀ ਹੈ। ਸਾਨੂੰ ਉਸ ਗੇਮ ਪਲਾਨ ਦੇ ਦੀ ਸਾਜ਼ਿਸ਼ ਵਿੱਚ ਭਾਗੀਦਾਰੀ ਨਹੀਂ ਬਣਨਾ ਚਾਹੀਦਾ। ਮੈਂ ਇਹਨੂੰ ਕਲੀਅਰਲੀ ਇਸ ਸੈਂਸ ਵਿੱਚ ਦੇਖ ਰਿਹਾ। ਮੈਂ ਮਾਰਚ ਵਿੱਚ, ਮਿਡ ਮਾਰਚ ਦੇ ਵਿੱਚ ਕਲਕੱਤੇ ਸੀ ਸੁਖਵਿੰਦਰ, ਮੈਂ ਲਾਸਟ ਗੱਲ ਕਹਿਣ ਲੱਗਾ, ਉੱਥੇ ਵੀ ਇਹ ਕੋਸ਼ਿਸ਼ ਕੀਤੀ ਗਈ। ਇੱਕ ਮੰਦਿਰ 'ਚ 14 ਸਾਲ ਦਾ ਬੱਚਾ ਪਾਣੀ ਪੀਣ ਚਲਾ ਗਿਆ ਟੂਟੀ ਤੋਂ, ਕੋਈ ਯਾਦਵ ਨਾਂ ਦਾ ਪ੍ਰੀਸਟ ਸੀ, ਫੜ ਕੇ ਮਾਰਤਾ ਉਹਨੂੰ। ਆਹ ਹੀ ਬਿਲਕੁਲ ਘਟਨਾ ਆ। ਇਹ 13 ਮਾਰਚ ਦੀ ਆ, ਇਸੇ ਸਾਲ ਦੀ, ਜਦੋਂ ਕਲਕੱਤੇ ਚੋਣਾਂ ਹੋਣ ਤੋਂ ਪਹਿਲਾਂ। ਉੱਥੇ ਦੀਆਂ ਖਬਰਾਂ 'ਚ ਜਦੋਂ ਫਲੈਸ਼ ਹੋਇਆ, ਮੇਰਾ ਮਨ ਬਹੁਤ ਪਜੀਸਿਆ। ਉਦੋਂ ਵੀ ਬਹੁਤ ਦੁੱਖ ਹੋਇਆ ਇਸ ਗੱਲ ਦਾ ਕਿ 14 ਸਾਲ ਦਾ ਬੱਚਾ, ਮੁਸਲਿਮ ਬੱਚਾ, ਪਾਣੀ ਨਹੀਂ ਪੀਣ ਦਿੱਤਾ ਯਾਰ ਮੰਦਿਰ 'ਚ। ਤੁਸੀਂ ਇਹ ਕਾਹਦੇ ਧਰਮ ਆ? ਇਹ ਧਰਮ ਆ ਕਿ ਇੱਥੇ ਗੈਂਗ ਇਕੱਠੇ ਹੋ ਗਏ ਆ ਧਰਮਾਂ ਦੇ ਨਾਂ ਦੇ ਉੱਤੇ, ਕਿ ਗੈਂਗ ਇਕੱਠੇ ਹੋ ਗਿਆ ਕਿ ਕਿਸੇ ਨੂੰ ਵੀ ਮਰਡਰ ਕਰ ਦੇਣਗੇ, ਕਿਸੇ ਨੂੰ ਵੀ ਮਾਰ ਦੇਣਗੇ। ਆਪਾਂ ਸਿੱਖੀ ਦੀ ਛਵੀ ਬਚਾਉਣ ਲਈ, ਸਿੱਖ ਫਲਸਫੇ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ, ਜਿਹੜੀ ਉਹਦੀ ਕੋਰ ਆ ਕਿ ਏਕ ਪਿਤਾ ਏਕ ਕੇ ਹਮ ਬਾਰਕ, ਮਾਨਸ ਕੀ ਜਾਤ ਸਭੇ ਏਕ ਹੀ ਪਛਾਣ ਬੋ, ਤੇ ਇਹ ਸਾਰੀਆਂ ਗੱਲਾਂ, ਇਹ ਨੀਚਾਂ ਅੰਦਰ ਨੀਚ ਜਾਤ, ਜਾਂ ਇਹ ਸਾਰੀਆਂ ਗੱਲਾਂ ਜੋ ਅਸੀਂ ਲਿਖੀਆਂ ਹੋਈਆਂ, ਆਪਾਂ ਉਸ ਨੂੰ ਪ੍ਰੋਟੈਕਟ ਕਿਵੇਂ ਕਰਕੇ ਰੱਖਣਾ, ਉਸ ਸੋਚ ਨੂੰ, ਉਸ ਫਲਸਫੇ ਨੂੰ, ਉਸ ਧੁਰੇ ਨੂੰ ਕਿਵੇਂ ਅਸੀਂ ਮਜ਼ਬੂਤ ਕਰਕੇ ਰੱਖਣਾ, ਉਸ ਨੂੰ ਮਨ ਵਿੱਚ ਰੱਖਦਿਆਂ ਹੋਇਆਂ ਅਸੀਂ ਕੋਈ ਵੀ ਐਕਸ਼ਨ ਲਈਏ। ਜੇ ਤੁਰੰਤ ਐਕਸ਼ਨ ਅਸੀਂ ਬਾਰ-ਬਾਰ, ਮੈਂ ਇਹ ਵੀ ਕਹਿੰਦਾ, ਇੱਕ ਸਾਈਕੀ ਹੋ ਜਾਂਦੀ ਹੈ। ਸਾਈਕੀ ਇਹ ਹੋਊਗੀ ਕਿ ਕੋਈ ਵੀ ਹੁਣ ਗੁਰਦੁਆਰੇ ਦੇ ਨੇੜਿਓਂ ਕਿਸੇ ਬੰਦੇ ਨੂੰ ਮਾੜਾ ਜਿਹਾ ਦੇਖਿਆ, ਫੜ ਕੇ ਉਹ ਜੇ ਆ ਗਿਆ ਸੀ, ਆ ਗਿਆ। ਤੁਹਾਨੂੰ ਪਤਾ ਵਿਚ ਕਰਾਫਟ, ਇਹ ਜਿਹੜੀਆਂ ਔਰਤਾਂ ਨੂੰ, ਕਿ ਇਹ ਵਿਚ ਕਰਾਫਟ ਚੱਲਦੀ ਹੈ। ਮੈਂ ਸੋਸ਼ੀਓਲੋਜੀ ਦਾ ਸਟੂਡੈਂਟ, ਉਹ ਕਿੰਨਿਆਂ ਨੂੰ ਲੋਕਾਂ ਮਾਰੀ ਜਾਂਦੇ, ਔਰਤਾਂ ਨੂੰ ਮਾਰਨ ਲੱਗ ਜਾਂਦੇ ਆ ਕਿ ਇਹ ਤੇ ਜੀ ਜਾਦੂ ਕਰਨ ਆਈ ਸੀ, ਕਾਲਾ ਜਾਦੂ ਕਰਨ ਆਈ ਸੀ, ਇਹ ਫਲਾਨੀ ਸੀ, ਨੂੰ ਮਾਰ ਦਿਓ, ਮਾਰ ਦਿਓ। ਕਿੰਨਾ ਲੋਕਾਂ ਨੂੰ ਮਾਰਿਆ ਜਾਂਦਾ। ਪਿੱਛੇ ਜੇ ਕਾਲੇ ਕੱਛਿਆਂ ਵਾਲਾ ਚੱਲਿਆ, ਕਈ ਕੁਛ ਚੱਲਿਆ। ਇੱਕ ਔਰਤ ਵਾਲਾਂ ਕੱਟਣ ਵਾਲਾ ਉਦੋਂ ਚੱਲਿਆ ਸੀ, ਵੀ ਵਾਲ ਕੱਟ ਕੇ ਲੈ ਜਾਂਦੀ ਆ, ਪੰਜਾਬ 'ਚ ਚੱਲਿਆ ਸੀ, ਤੁਹਾਨੂੰ ਯਾਦ ਹੈ ਨਾ। ਇਹੋ ਜਿਹਾ ਕੋਈ ਮਾਹੌਲ ਨਾ ਸਮਾਜ ਦੇ ਅੰਦਰ ਪੈਦਾ ਹੋ ਜਾਏ ਕਿ ਜਿਹਦੇ ਵਿੱਚ 5-4 ਹੋਰ ਕੋਈ ਲਾਈਨ 'ਚ ਲੱਗ ਜਾਣ, ਤਾਂ ਫਿਰ ਜੋ ਸਾਨੂੰ, ਸਾਡੇ ਸਿੱਖ ਫਲਸਫੇ ਨੂੰ ਠੇਸ ਲੱਗੂਗੀ ਸੁਖਵਿੰਦਰ,
ਉਹਦੇ ਚੋਂ ਬਾਹਰ ਆਉਣ ਲਈ ਬਹੁਤ ਟਾਈਮ ਲੱਗੂਗਾ। ਆਪਾਂ ਹੱਥ ਜੋੜ ਕੇ, ਮੈਂ ਕਦੀ ਇੰਜ ਕਰਦਾ ਨਹੀਂ, ਬੇਨਤੀ ਕਰਦਾ ਸਾਰੇ ਪੰਜਾਬੀ ਵੀਰਾਂ ਨੂੰ ਕਿ ਅਸੀਂ ਆਪਣੀ ਸ਼ਾਂਤੀ ਨੂੰ ਬਚਾ ਕੇ ਰੱਖੀਏ। ਜੀ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਤੁਹਾਡਾ, ਤੁਹਾਡੀ ਸਾਰੀ ਟੀਮ ਦਾ, ਔਰ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੇਰੇ ਨਾਲ ਮੌਜੂਦ ਸਨ ਕਿ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਜੋ ਕੁਝ ਸਿਆਸਤ ਦੇ ਵਿੱਚ ਵਾਪਰ ਰਿਹਾ ਹੈ, ਕਿੱਦਾਂ ਦੇ ਮੋੜ ਜਿਹੜੇ ਉਹ ਸਾਹਮਣੇ ਆ ਰਹੇ ਨੇ, ਸਾਨੂੰ ਦੇਖਣ ਨੂੰ ਮਿਲ ਰਿਹਾ। ਚੋਣਾਂ ਸਿਰ ਦੇ ਉੱਤੇ ਨੇ, ਇਸ ਕਰਕੇ ਸਤਰਕ ਰਹਿਣ ਦੀ ਲੋੜ ਹੈ। ਹਰ ਪਾਸੇ ਨੂੰ ਧਿਆਨ ਨਾਲ ਵਿਚਾਰੋ, ਉਸ ਤੋਂ ਬਾਅਦ ਤੁਸੀਂ ਕਿਸੇ ਫੈਸਲੇ ਤੇ ਕਿਸੇ ਨਤੀਜੇ ਤੇ ਪਹੁੰਚੋ। ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।